ਜਸ ਟੀਵੀ देख रहे हो तुसी। मैं KP ਸਿੰਘ ਅੱਜ ਦਾ ਮੁੱਦਾ ਵੇ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਇਜ਼ਰਾइल ਹਮਾਸ ਜੰਗ ਇਹ ਕਿੱਥੇ ਖੜੀ ਹੈ? ਇਸ ਵਿੱਚ ਕੀ ਕੁਝ ਵਾਪਰ ਰਿਹਾ ਹੈ? ਹਮੇਸ਼ਾ ਅਸੀਂ ਸੁਣਦੇ ਹਾਂ ਕਿ ਜੰਗ ਨਾਲ ਤਬਾਹੀ ਹੁੰਦੀ ਹੈ ਤੇ ਤਬਾਹੀ ਤੋਂ ਕੋਈ ਵੀ ਖੁਸ਼ ਨਹੀਂ ਹੋ ਸਕਦਾਗਾ। ਹੋ ਸਕਦਾ ਕੋਈ ਖੁਸ਼ ਹੁੰਦਾ ਪਿਆ ਹੋਵੇ, ਉਸ ਦੀ ਚਾਲ ਕੀ ਹੈ ਉਸ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੇ ਵਿਚਾਲੇ इजराइल ਤੇ ਹਮਾਸ ਦੀ ਜੰਗ ਦਿਨ ਦਿਨ ਭਿਆਨਕ ਰੂਪ ਧਾਰਨ ਕਰਦੀ ਪਈ ਹੈ। क्यों ਭਿਆਨਕ ਰੂਪ ਧਾਰਨ ਕਰਦੀ ਪਈ ਹੈ? ਇਹ ਸਵਾਲ ਸਾਡੇ ਅੱਗੇ ਬਹੁਤ ਵੱਡਾ ਹੈ। ਅਮਰੀਕਾ ईरान ਦੀ ਕੀ ਭੂਮਿਕਾ ਹੈ ਕੀ ਹੈ? ਭਾਰਤ ਕਿੱਥੇ ਖੜਾ? ਬਹੁਤ ਸਾਰੇ ਸਵਾਲ ਹੋਣੇ ਬਾਕੀ ਹੈ। ਇਹਨਾਂ ਸਵਾਲਾਂ ਤੇ ਹੀ ਚਰਚਾ ਕਰਾਂਗੇ। ਖਾਸ ਪੈਨਲ, ਖਾਸ ਮਹਿਮਾਨ ਸਾਡੇ ਨਾਲ ਮੌਜੂਦ ਹੋਣਗੇ। ਇਜ਼ਰਾइल ਹਮਾਸ ਜੰਗ ਕਿੱਥੇ ਖੜਾ ਭਾਰਤ? फटाफट तुहानूं पॉइंटर दस दिए। उस तो बाद ਜਿਹੜੇ ਮਹਿਮਾਨ ਸਾਡੇ ਨਾਲ ਮੌਜੂਦ ਹੋਣਗੇ। ਇਜ਼ਰਾइल ਹਮਾਸ ਜੰਗ ਦਿਨੋਂ ਦਿਨ ਹੋਰ ਭਿਆਨਕ ਹੁੰਦੀ ਜਾ ਰਹੀ ਹੈ। ਗਾਜ਼ਾ ਦੇ ਹਸਪਤਾਲ ਤੇ ਹਮਲੇ ਨਾਲ ਟਕਰਾਅ ਹੋਰ ਵੱਧਦਾ ਦਿਖਾਈ ਦੇ ਰਿਹਾ ਹੈ ਤੇ ਇਸ ਟਕਰਾਅ ਦੇ ਵਿਚਾਲੇ ਕਿਹੜਾ ਮੁਲਕ ਕੀ ਚਾਹੁੰਦਾ ਹੈਗਾ, ਇਹ ਸਵਾਲ ਸਾਡੇ ਅੱਗੇ ਬਹੁਤ ਵੱਡੇ ਖੜੇ ਹੈ। ਹੁਣ ਤੱਕ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਨੇ, ਵੱਡੀ ਗਿਣਤੀ ਲੋਕ ਜ਼ਖਮੀ ਹੋਏ ਆ। ਇੱਥੋਂ ਤੱਕ ਕਿ ਉਹਨਾਂ ਲਈ ਖਾਣ ਪੀਣ ਦਾ ਸਮਾਨ ਹੈ, ਰਹਿਣ ਦੀ ਜਗ੍ਹਾ, ਉਹਦੇ ਲਈ ਦਰਦਾਂ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ, ਦਵਾਈਆਂ ਮੁੱਕ ਚੁੱਕੀਆਂ। ਇਹੋ ਜਿਹੇ ਹਾਲਾਤ ਪੈਦਾ ਹੋ ਗਏ, ਪੀਣ ਵਾਲਾ ਪਾਣੀ ਤੱਕ ਨਹੀਂ ਹੈਗਾ। 7 ਅਕਤੂਬਰ ਤੋਂ ਸ਼ੁਰੂ ਹੋਈ ਜੰਗ ਨੇ ਕਈ ਮੁਲਕ ਵੰਡ ਦਿੱਤੇ ਆ। ਜਿਹੜੇ ਮੁਲਕ ਵੰਡੇ ਗਏ ਆ ਉਹਨਾਂ ਦੇ ਵਿੱਚ ਥਾਂ ਥਾਂ ਮੁਜ਼ਾਹਰੇ ਕੀਤੇ ਜਾ ਰਹੇ। ਇਜ਼ਰਾइल ਤੇ ਫਲਸਤੀਨ ਦੇ ਹੱਕ ਵਿੱਚ ਇਹ ਮੁਜ਼ਾਹਰੇ ਕੀਤੇ ਜਾ ਰਹੇ ਆ। ਕੋਈ ਇਜ਼ਰਾइल ਦੇ ਹੱਕ ਵਿੱਚ ਭੁਗਤ ਰਿਹਾ, ਕੋਈ ਫਲਸਤੀਨ ਦੇ ਹੱਕ ਵਿੱਚ ਭੁਗਤ ਰਿਹਾ, ਪਰ ਹਮਾਸ ਦੇ ਹੱਕ ਵਿੱਚ ਕੌਣ ਹੈ? ਸਵਾਲ ਵੱਡਾ ਹੀ ਹੈ। ਅਮਰੀਕਾ ਤੋਂ ईरान ਤੱਕ ਤੇ ਰੁਖ ਤੇ ਸਾਰਿਆਂ ਦੀ ਨਜ਼ਰ ਲੱਗੀ ਹੋਈ ਹੈ। ਨਜ਼ਰ ਇਸ ਕਰਕੇ ਟਿਕੀ ਹੈ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਉੱਥੇ ਪਹੁੰਚੇ, ਵਿਦੇਸ਼ ਮੰਤਰੀ ਆ ਜਿਹੜੇ ਉਹਨਾਂ ਦੀ ਨਜ਼ਰ ਹੈ ਤੇ यूके ਦੇ ਪ੍ਰਧਾਨ ਮੰਤਰੀ ਆ ਉਹਨਾਂ ਦੇ ਜਾਣ ਦੀ ਵੀ ਚਰਚਾ। ਭਾਰਤ ਦੇ ਸਟੈਂਡ ਬਾਰੇ ਦੁਨੀਆ ਭਰ ਵਿੱਚ ਚਰਚਾ ਛਿੜੀ ਹੋਈ ਹੈ ਕਿ ਭਾਰਤ ਦਾ ਸਟੈਂਡ ਕੀ ਹੈਗਾ ਆਪਣੇ ਦੀ ਵਾਪਸੀ ਲਈ। ਭਾਰਤ ਨੇ ਆਪਰੇਸ਼ਨ ਅਜੇ ਚਲਾਇਆ ਹੋਇਆ। ਨੇਪਾਲ ਦੇ ਕਈ ਨਾਗਰਿਕ ਉਹ ਵੀ ਉਡਾਨ ਰਾਹੀਂ ਵਾਪਸ ਆਏ ਆ। ਹੋਰਾਂ ਮੁਲਕਾਂ ਨੇ ਵੀ ਇਹ ਆਪਰੇਸ਼ਨ ਚਲਾਇਆ। ਪਰ ਸਵਾਲ ਵੱਡਾ ਹੈ ਕਿ ਜਿਹੜਾ ਆਪਰੇਸ਼ਨ, ਜਿਹੜਾ ਸੰਘਰਸ਼ ਛਿੜਿਆ ਹੋਇਆ ਉਹ ਕਿਵੇਂ ਮੁੱਕੂਗਾ, ਉਸ ਦਾ ਅੰਜਾਮ ਕੀ ਹੋਵੇਗਾ? ਇਸੇ ਬਾਬਤ ਗੱਲਬਾਤ ਕਰਾਂਗੇ। ਫਾਰਮਰ ਡਿਪਲੋਮੈਟ ਨੇ, ਸਟ੍ਰੈਟਜਿਕ ਅਫੇਅਰ ਐਕਸਪਰਟ ਨੇ KC ਸਿੰਘ ਹਰੀ, ਉਹ ਸਾਡੇ ਨਾਲ ਮੌਜੂਦ ਹੋਣਗੇ। ਜਿਹੜੇ ईरान ਦੇ ਵਿੱਚ ਜਿਨ੍ਹਾਂ ਨੇ 2.5 ਸਾਲ ਬਿਤਾਏ ਆ ਬਤੌਰ ਭਾਰਤੀ ਸਫੀਰ। UAE ਦੇ ਵਿੱਚ ਉਹਨਾਂ ਨੇ 4.5 ਸਾਲ ਬਿਤਾਏ ਆ। MEA ਦੇ ਵਿੱਚ ਕੰਮ ਕਰਨ ਦਾ ਉਹਨਾਂ ਨੂੰ ਲੰਬਾ ਤਜਰਬਾ ਹੈਗਾ ਤੇ ਉਹਨਾਂ ਨੂੰ ਕੱਲੀ ਚੀਜ਼ ਦਾ ਉੱਥੋਂ ਦਾ ਪਤਾ ਹੈ ਕਿ ਇਸ ਨਾਲ ਭਾਰਤ ਦਾ ਸਟੈਂਡ ਆ ਜਿਹੜਾ ਉਹ ਕਿੰਨਾ ਮਜ਼ਬੂਤ ਹੈ, ਕਿੰਨਾ ਕਮਜ਼ੋਰ ਹੈ। ਅਮਰੀਕਾ ईरान ਕੀ ਚਾਹੁੰਦੇ ਆ, ਇਜ਼ਰਾइल ਤੇ ਹਮਾਸ ਦੇ ਵਿਚਾਲੇ ਫਲਸਤੀਨੀ ਕਿੱਥੇ ਖੜੇ ਆ? ਬਹੁਤ ਸਾਰੇ ਸਵਾਲ ਅਸੀਂ ਉਹਨਾਂ ਨੂੰ ਪੁੱਛਣੇ ਆ ਤੇ ਸਾਡੇ ਮੀਡੀਆ ਦੀ ਭੂਮਿਕਾ ਕੀ ਹੈ ਉਹ ਵੀ ਸਵਾਲ ਉਹਨਾਂ ਨੂੰ ਜ਼ਰੂਰ ਹੋਵੇਗਾ ਕਿਉਂਕਿ ਉਹ ਕਈ ਅਖਬਾਰਾਂ ਦੇ ਵਿੱਚ, ਨਾਮੀ ਅਖਬਾਰਾਂ ਦੇ ਵਿੱਚ ਆਰਟੀਕਲਸ ਵੀ ਲਿਖਦੇ ਰਹਿੰਦੇ ਆ। KC ਸਿੰਘ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਤੁਸੀਂ ਬੁਲਾਇਆ। ਬਹੁਤ ਧੰਨਵਾਦ ਸਰ, ਤੁਸੀਂ ਵਕਤ ਕੱਢਿਆ। ਸਰ ਬੜੇ ਸਧਾਰਨ ਸਵਾਲ ਹੈ ਸਰ, ਪਰ ਸਾਡੇ ਸਾਰਿਆਂ ਨਾਲ ਸਿੱਧੇ ਜੁੜੇ ਹੋਏ ਆ। ਅਸੀਂ ਜਦੋਂ ਸਰ ਇਹ ਸੋਚ ਲੈਂਦੇ ਹਾਂ ਕਿ ਜੰਗ ਤਾਂ ਉੱਥੇ ਲੱਗੀ ਹੈ, ਅਸੀਂ ਕੀ ਲੈਣਾ, ਉਦੋਂ ਇਹ ਸਵਾਲ ਸਰ ਬਹੁਤ ਵੱਡਾ ਹੋ ਜਾਂਦਾ। ਅਸੀਂ ਕੀ ਲੈਣਾ ਤੇ ਭਾਰਤ ਨੇ ਕੀ ਲੈਣਾ? ਸਰ ਸਵਾਲ ਇਹੀ ਹੈ ਸਰ KC ਸਿੰਘ ਜੀ। ਦੇਖੋ, ਸਾਰੀ ਦੁਨੀਆ ਜੁੜੀ ਹੋਈ ਹੈ। ਹਿੰਦੁਸਤਾਨ ਕੋਈ ਇੱਕ ਟਾਪੂ ਤੇ ਤਾਂ ਰਹਿੰਦਾ ਨਹੀਂ ਹੈ। ਇਹਦੇ ਦੋ ਕਾਰਨ ਨੇ। ਇੱਕ ਤਾਂ ਤੁਹਾਡੀ ਤਜਾਰਤ ਤੇ, ਤੇਲ ਦੀਆਂ ਕੀਮਤਾਂ ਤੇ, ਗੈਸ ਦੀਆਂ ਕੀਮਤਾਂ ਤੇ ਅਸਰ ਪਏਗਾ ਤੇ ਪੂਰੀ ਹਿੰਦੁਸਤਾਨ ਦੀ ਇਕਨੋਮੀ ਤੇ ਅਸਰ ਪਏਗਾ। ਫਿਰ ਸਪਲਾਈ ਚੇਨ ਜੇ ਡਿਸਰਪਟ ਹੋਣਗੀਆਂ, ਜੇ ਉੱਥੋਂ ਦੀਆਂ ਇਕਨੋਮੀਜ਼ ਤੇ ਅਸਰ ਪਏਗਾ, ਅਮਰੀਕਾ 'ਚ, ਯੂਰਪ 'ਚ, ਤਾਂ ਉਹਦਾ ਅਸਰ ਸਾਡੇ ਨਾਲ ਆਏਗਾ ਕਿ ਅਸੀਂ ਤਜਾਰਤ ਕਰਦੇ ਹਾਂ, ਸਾਰੇ ਨਾਲ ਲੈਣ ਦੇਣ ਹੈ ਸਾਡਾ। ਤਾਂ ਇਸ ਕਰਕੇ ਕੋਈ ਦੇਸ਼ ਵੀ ਇਹ ਨਹੀਂ ਸੋਚ ਸਕਦਾ ਕਿ ਅਸੀਂ, ਔਰ 5ਵੇਂ ਨੰਬਰ ਦੀ ਦੁਨੀਆ ਦੀ ਇਕਨੋਮੀ ਹੋਵੇ, ਕਿ ਅਸੀਂ ਇੱਕ ਟਾਪੂ ਤੇ ਬੈਠ ਜਾਈਏ ਔਰ ਜੋ ਮਰਜ਼ੀ ਹੁੰਦਾ ਰਹੇ, ਅਸੀਂ ਕੀ ਲੈਣਾ ਉਹਦੇ 'ਚੋਂ। ਇਸ ਕਰਕੇ ਇਹ ਸ਼ੁਰੂ ਤੋਂ ਹੀ ਦੇਖੋ, ਹਮੇਸ਼ਾ ਹਿੰਦੁਸਤਾਨ ਦੀ ਜਿਹੜੀ ਪਾਲਿਸੀ, ਫੋਰਨ ਪਾਲਿਸੀ ਰਹੀ ਹੈ, ਵਿਦੇਸ਼ ਨੀਤੀ, ਉਹ ਇਹ ਸੀ ਕਿ ਦੋ ਪੱਖੇ ਰੱਖੋ। ਇਹ ਕਹਿੰਦੇ ਸੀਗੇ 1992 ਦੇ ਬਾਅਦ ਸਾਡੇ ਡਿਪਲੋਮੈਟਿਕ ਰਿਸ਼ਤੇ ਖੁੱਲ ਗਏ ਇਜ਼ਰਾइल ਦੇ ਨਾਲ। ਉਹ ਉਦੋਂ ਖੁੱਲੇ ਜਦ ਮੈਡਰਿਡ ਪੀਸ ਕਾਨਫਰੰਸ ਹੋਈ 1990 'ਚ, ਔਰ ਉਹਦੇ 90-91 'ਚ ਉਹਦੇ ਬਾਅਦ ਗੱਲਬਾਤ ਸ਼ੁਰੂ ਹੋ ਗਈ ਸੀ ਅਰਬਾਂ ਦੀ, ਫਲਸਤੀਨੀਆਂ ਦੀ ਇਜ਼ਰਾइल ਦੇ ਨਾਲ। ਉਦੋਂ ਲੱਗਦਾ ਸੀਗਾ ਕੋਈ ਸੁਲ੍ਹਾ ਹੋ ਜਾਏਗੀ, ਪੱਕੀ ਤੌਰ ਤੇ ਸਮਝੌਤਾ ਹੋ ਜਾਏਗਾ। ਤਾਂ ਹਿੰਦੁਸਤਾਨ ਨੇ ਆਪਣੇ ਰਿਸ਼ਤੇ ਇਹਨਾਂ ਨਾਲ 1992 'ਚ, ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀਗੇ, ਮੈਂ ਉਦੋਂ ਡਾਇਰੈਕਟਰ ਸੀ ਇਸੇ ਡਿਵੀਜ਼ਨ ਜਿਹੜਾ ਉਹਦੇ ਨਾਲ ਡੀਲ ਕਰਦਾ ਹੈ। ਉਹ ਕੈਬਨਿਟ ਨੋਟ ਮੈਂ ਹੀ ਡਰਾਫਟ ਕਰਕੇ ਪੁੱਟ ਅਪ ਕੀਤਾ। ਉਹ ਐਸਾ ਮੌਕਾ ਆ ਗਿਆ ਜਦ ਅਰਬ ਤੇ ਯਾਸਰ ਅਰਾਫਾਤ ਤੇ ਇਜ਼ਰਾइल ਆਪਸ 'ਚ ਗੱਲਬਾਤ ਕਰ ਰਹੇ ਨੇ। ਅਮਰੀਕਾ ਨੇ ਸਾਨੂੰ ਕਿਹਾ ਕਿ ਤੁਹਾਡੇ ਤਾਂ ਰਿਸ਼ਤੇ ਹੀ ਹੈ ਨਹੀਂ ਇਜ਼ਰਾइल ਦੇ ਨਾਲ, ਤੁਹਾਨੂੰ ਬੁਲਾਈਏ ਕਿਵੇਂ ਅਸੀਂ? ਤਾਂ ਉਹ ਬੜੀ ਸਾਨੂੰ ਉਹਦੇ 'ਚ ਇਸ ਗੱਲ ਦੀ ਸ਼ਰਮਿੰਦਗੀ ਹੋਈ ਕਿ ਸਾਰੀ ਉਮਰ ਦੇ ਅਸੀਂ 30-40 ਸਾਲ ਦੇ ਇਹਨਾਂ ਦੀ ਮਦਦ ਕਰਦੇ ਆ ਰਹੇ ਹਾਂ, ਹੁਣੇ ਆਪਸ 'ਚ ਗੱਲ ਕਰਨ ਲੱਗ ਗਏ, ਅਸੀਂ ਬਾਹਰ ਰਹਿ ਗਏ। ਤਾਂ ਫਿਰ ਅਸੀਂ ਇਜ਼ਰਾइल ਦੇ ਨਾਲ ਰਿਸ਼ਤੇ ਆਪਣੇ ਬੈਲੈਂਸ ਕੀਤੇ, ਉਹ ਚੱਲਦੇ ਰਹੇ। ਔਰ ਹੁਣ ਤਾਈਂ ਪ੍ਰਧਾਨ ਮੰਤਰੀ ਮੋਦੀ ਜੀ ਤੱਕ
ਕੋਈ ਪ੍ਰਧਾਨ ਮੰਤਰੀ ਉੱਥੇ ਗਿਆ ਨਹੀਂ। ਵਾਜਪੇਈ ਸਾਹਿਬ ਵੀ ਨਹੀਂ ਗਏ, ਸਿਰਫ ਅਡਵਾਨੀ ਸਾਹਿਬ ਗਏ ਸੀ। तो इस करके ਅਸੀਂ ਥੋੜੀ ਜੀ ਉਹਦੇ ਚ ਇਹ ਰੱਖਦੇ ਸੀ ਕਿ ਅਰਬ ਦੇਸ਼, ਇਸਲਾਮਿਕ ਵਰਲਡ, ਮੁਸਲਿਮ ਪਬਲਿਕ ਓਪੀਨੀਅਨ ਹੈ, ਰਿਸ਼ਤੇ ਸਾਡੇ ਬਹੁਤ ਵੱਧਦੇ ਰਹੇ ਇਜ਼ਰਾਈਲ ਦੇ ਨਾਲ, ਲੇਕਿਨ ਸਿਆਸੀ ਲੈਵਲ ਤੇ, ਰਾਜਨੀਤਿਕ ਲੈਵਲ ਤੇ, ਡਿਪਲੋਮੈਟਿਕ ਲੈਵਲ ਤੇ ਇੱਕ ਪਰਦਾ ਰੱਖਿਆ ਹੋਇਆ ਸੀ ਕਿ ਪ੍ਰਧਾਨ ਮੰਤਰੀ ਨੂੰ ਥੋੜਾ ਪਿੱਛੇ ਰੱਖੀਏ, ਅੱਗੇ ਨਾ ਇਸ ਗੱਲ ਚ ਪਾਈਏ, ਕਿਉਂਕਿ ਇਹ ਤੇ ਪਤਾ ਨਹੀਂ ਕਦ ਹਾਲਾਤ ਵਿਗੜ ਜਾਣ। ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਬਹੁਤ ਨੇੜਤਾ ਕਰ ਲਈ ਆਪਣੀ ਨੇਤਨਯਾਹੂ ਨਾਲ। ਹੁਣ ਨੇਤਾ ਚੰਗੀ ਵੀ ਹੁੰਦੀ ਹੈ ਦੋ ਨੇਤਾ ਦੇ ਵਿੱਚ ਹੋਣ, ਲੇਕਿਨ ਹੁਣ ਜਿਹੜਾ ਸਾਬਤ ਹੋ ਰਿਹਾ ਹੈ ਕਿ ਦੋਸਤੀਆਂ ਦੇਸ਼ਾਂ ਦੇ ਵਿੱਚ ਠੀਕ ਹੁੰਦੀ ਹੈ, ਨੇਤਾਵਾਂ ਦੇ ਵਿੱਚ ਕਈ ਵਾਰ ਮਹਿੰਗੀਆਂ ਪੈ ਜਾਂਦੀਆਂ। ਕਿਉਂਕਿ ਨੇਤਨਯਾਹੂ ਨੇ ਇਸ ਸਾਲ ਦੇ ਸ਼ੁਰੂ ਚ, ਫਰਵਰੀ ਚ, ਜਦ ਉੱਥੇ ਨਵੀਂ ਕੋਲੀਸ਼ਨ ਗਵਰਨਮੈਂਟ ਬਣਾਈ ਇਜ਼ਰਾਈਲ ਦੇ ਵਿੱਚ, ਤਾਂ ਬਹੁਤ ਐਸੀਆਂ ਪਾਰਟੀਆਂ ਵਿੱਚ ਲੈ ਲਈਆਂ ਜਿਹੜੀਆਂ ਬਹੁਤ ਸੱਜੇ ਪੱਖੂ ਨੇ। ਉਹਨਾਂ ਚੋਂ ਬੈਨ ਗਵੀਰ ਹੈ, ਉਹਦੀ ਪਾਰਟੀ ਐਂਟੀ ਅਰਬ ਹੈ। ਉਹਦੇ ਵਿੱਚ ਦੂਜਾ ਇਹਨਾਂ ਦਾ ਜਿਹੜਾ ਫਾਈਨੈਂਸ ਮਿਨਿਸਟਰ ਹੈ ਉਹ ਹਾਈਪਰ ਨੈਸ਼ਨਲਿਸਟ ਪਾਰਟੀ ਹੈ। ਉਹਨਾਂ ਨੇ ਅੰਦਰ ਆ ਕੇ ਸਰਕਾਰ ਤੇ ਹੋਰ ਧੱਕਾ ਸ਼ੁਰੂ ਕਰ ਦਿੱਤਾ ਫਲਸਤੀਨੀਆਂ ਦੇ ਨਾਲ ਵੈਸਟ ਬੈਂਕ 'ਚ। ਕਿਉਂਕਿ ਇਹਦੇ ਦੋ ਹਿੱਸੇ ਨੇ, ਫਲਸਤੀਨੀ ਜਿਹੜੇ ਗਾਜ਼ਾ 'ਚ ਨੇ, ਉੱਥੋਂ ਥੋੜੇ ਦੂਰ ਆ ਕੇ ਵੈਸਟ ਬੈਂਕ, ਜਿੱਥੇ ਜਦ ਇਹ ਅਕੋਰਡ ਹੋਏ, ਪੀਸ ਅਕੋਰਡ, ਉਹਦੇ ਵਿੱਚ ਫਿਰ ਇਹ ਹੋਇਆ ਸੀਗਾ ਕਿ ਇਹ ਸਰਕਾਰ ਬਣਾ ਸਕਦੇ ਆ ਫਲਸਤੀਨੀ। ਸੋ ਰਮਾਲਾ ਉਹਨਾਂ ਦਾ ਕੈਪੀਟਲ ਹੈ, ਉੱਥੇ ਸਰਕਾਰ ਬਣਾ ਲਈ। ਲੇਕਿਨ ਪਿਛਲੇ ਇਹ 20-25 ਸਾਲ 'ਚ ਨੀਤੀ ਇਹ ਰਹੀ ਹੈ ਇਜ਼ਰਾਈਲ ਦੀ ਕਿ ਜੇ ਆਪਸ 'ਚ ਫਟੇ ਰਹਿਣ, ਕਿਉਂਕਿ ਗਾਜ਼ਾ ਦੇ ਵਿੱਚ ਜਿਹੜੇ ਇੱਥੋਂ ਦੀ ਪਾਰਟੀ ਹੈਗੀ ਫਤਹ, ਇਹਨਾਂ ਦੀ ਗਵਰਨਮੈਂਟ ਨਹੀਂ ਬਣੀ, ਉੱਥੇ ਹਮਾਸ ਜਿੱਤ ਗਿਆ। ਸੋ ਹਮਾਸ ਦੀ ਉੱਥੇ ਸਰਕਾਰ ਹੈ। ਵੈਸਟ ਬੈਂਕ ਦੇ ਵਿੱਚ ਇਹਨਾਂ ਦੀ ਨੈਸ਼ਨਲ ਪੈਲੇਸਟਾਈਨ ਗਵਰਨਮੈਂਟ ਹੈ। ਸੋ ਇਹ ਦੋਨੋਂ ਫਟੇ ਰਹਿਣ, ਇਹ ਕੋਸ਼ਿਸ਼ ਇਜ਼ਰਾਈਲ ਦੀ ਹੁੰਦੀ ਰਹੀ। ਔਰ ਇਹਨਾਂ ਨੇ ਇੱਕ ਤਰ੍ਹਾਂ ਨਾਲ ਜਿਹੜਾ ਗਾਜ਼ਾ ਹੈ 140 ਸਕੁਆਇਰ ਮੀਲ ਹੈ, ਉਹਦੀ ਫੈਂਸ ਬਣਾਤੀ। ਇੱਕ ਪਾਸੇ ਸਮੁੰਦਰ ਹੈ, ਨੀਚੇ ਈਜਿਪਟ, ਮਿਸਰ ਲੱਗ ਜਾਂਦਾ ਉਹਦੇ ਨਾਲ, ਔਰ ਦੋ ਪਾਸੇ ਇਜ਼ਰਾਈਲ ਲੱਗਦਾ। तो इन्होंने फेंस बना ली, एक तरह नाल ओपन एयर जेल जी। ਉਹਦਾ ਇੱਕ ਦਰਵਾਜ਼ਾ ਇਜ਼ਰਾਈਲ 'ਚ ਖੁੱਲਦਾ, ਇੱਕ ਦਰਵਾਜ਼ਾ ਮਿਸਰ 'ਚ ਖੁੱਲਦਾ ਹੈ। तो ਇਸ ਕਰਕੇ ਉਹਦੇ ਚੋਂ ਬੰਦੇ ਬਾਹਰ ਆ ਜਾਂਦੇ, ਕੰਮ ਕਰਕੇ ਫਿਰ ਅੰਦਰ ਚਲੇ ਜਾਂਦੇ। तो ਇਜ਼ਰਾਈਲ ਨੂੰ ਇਹ ਲੱਗਿਆ ਕਿ ਇਹ ਤਾਂ ਹੁਣ ਡੱਕੇ ਹੋਏ ਆ, ਤਾਂ ਕੁਝ ਕਰਨਗੇ ਨਹੀਂ, ਔਰ ਇਹਨਾਂ ਨੂੰ ਇਸ ਤਰੀਕੇ ਨਾਲ ਦਬੱਲੀ ਚੱਲੋ, ਠੀਕ ਹੈ। ਪਰ ਜਿਹੜੀ ਗਲਤੀ ਇਹਨਾਂ ਨੇ ਗਲਤੀ ਕੀਤੀ ਕਿ ਛੇੜਖਾਨੀ ਵਧਾਤੀ। ਜਿਹੜੇ ਨਵੀਆਂ ਸੈਟਲਮੈਂਟ ਸੀਗੀਆਂ, ਪੁਰਾਣੀਆਂ ਸੈਟਲਮੈਂਟ ਨਾਲੋਂ ਵੀ ਜ਼ਿਆਦਾ ਮਾਰ ਮਰੀ ਆ ਵੈਸਟ ਬੈਂਕ ਦੇ ਵਿੱਚ। ਸੋ ਉਹ ਜਿਹੜਾ ਉਬਾਲਾ ਆਇਆ, ਉਹ ਨਜ਼ਰ ਆਉਣਾ ਚਾਹੀਦਾ ਸੀ ਪਹਿਲਾਂ ਹੀ ਕਿ ਇਹ ਸਟੀਮ ਬਿਲਡ ਅਪ ਹੋ ਰਹੀ ਹੈ, ਇਹਦੇ 'ਚ ਕੋਈ ਪੜਾਕਾ ਪਏਗਾ। ਤੁਸੀਂ ਬੜਾ ਇੰਪੋਰਟੈਂਟ ਪੁਆਇੰਟ ਚੁੱਕਿਆ ਕੇਸੀ ਸਿੰਘ ਸਰ, ਮੈਂ ਉਸੇ ਪੁਆਇੰਟ ਤੋਂ ਹੀ ਅੱਗੇ ਵਧਾਉਣਾ ਚਾਹ ਰਿਹਾ। ਤੁਸੀਂ ਇੱਕ ਤਾਂ ਪਰਦੇ ਵਾਲਾ ਸਵਾਲ ਕੀਤਾ ਸਰ, ਕਿ ਪਰਦੇ 'ਚ ਹੁੰਦੇ ਆ ਕਈ ਰਿਸ਼ਤੇ, ਡਿਪਲੋਮੈਟਿਕ ਤਰੀਕੇ ਨਾਲ ਅੱਗੇ ਵਧਿਆ ਜਾਂਦਾ। ਇੱਕ ਦੂਜਾ ਤੁਸੀਂ ਸਵਾਲ ਚੁੱਕਿਆ ਕਿ ਇਜ਼ਰਾਈਲ ਨੇ ਉੱਥੇ ਆਪਣੀਆਂ ਜਿਹੜੀਆਂ ਕਾਰਵਾਈਆਂ ਵਧਾ ਦਿੱਤੀਆਂ। ਸਰ ਮੈਂ ਇੱਕ ਚੀਜ਼ ਜ਼ਰੂਰ ਸਮਝਣਾ ਚਾਹੁੰਦਾ, ਹਮਾਸ ਦੇ ਉਹਨਾਂ ਨੂੰ ਅਸੀਂ ਲੜਾਕੇ ਮੰਨੀਏ ਜਾਂ ਅੱਤਵਾਦੀ ਮੰਨੀਏ ਸਰ? ਦੇਖੋ, ਉਹ ਜਿਹੜੀ ਕਾਰਵਾਈ ਉਹਨਾਂ ਨੇ ਕੀਤੀ ਹੈ ਉਹ ਅੱਤਵਾਦੀਆਂ ਵਾਲੀ ਹੈ। ਕਿਉਂਕਿ ਇਸ ਤਰੀਕੇ ਨਾਲ ਜੇ ਉਹ ਆ ਕੇ ਸਿਰਫ ਫੌਜੀਆਂ ਨਾਲ ਹੀ ਲੜਦੇ, ਉੱਥੇ ਫੌਜੀ ਵੀ ਮਾਰੇ ਨੇ ਉਹਨਾਂ ਨੇ, ਜਿੱਥੇ ਫੌਜੀਆਂ ਦਾ ਇਹਨਾਂ ਦੇ ਕੈਂਪ ਸੀ, ਲੜਾਈ ਫੌਜ ਨਾਲ ਕਰਦੇ ਤਾਂ ਤੁਸੀਂ ਸਮਝੋ ਕਿ ਉੱਥੋਂ ਦੇ ਉਹ ਸਿਕਿਉਰਿਟੀ ਫੋਰਸ ਹੈ ਜਾਂ ਫੌਜ ਹੈ ਜਾਂ ਹਮਾਸ ਦੇ ਲੜਾਕੂ ਨੇ ਉਹ। ਲੇਕਿਨ ਜੇ ਤੁਸੀਂ ਬੱਚਿਆਂ ਨੂੰ, ਜਨਾਨੀਆਂ ਨੂੰ ਮਾਰੋ, ਕਿਡਨੈਪ ਕਰਕੇ ਲੈ ਜਾਓ, ਇਹ ਤਾਂ ਕੋਈ ਇੱਕ ਫੌਜ ਦਾ ਕੰਮ ਨਹੀਂ ਹੈ, ਇੱਕ ਸਿਕਿਉਰਿਟੀ ਫੋਰਸ ਦਾ ਕੰਮ ਨਹੀਂ ਹੈ। ਮੈਨੂੰ ਲੱਗਦਾ ਇਹਨਾਂ ਦੇ ਨਾਲ ਕਿ ਇਹਨਾਂ ਨੇ 10-15 ਜਗ੍ਹਾ ਉਹ ਫੈਂਸ ਤੋੜਤੀ। ਆਮ ਬੰਦੇ ਵੀ ਜਿਹੜੇ ਵੀਡੀਓ ਆਏ ਨੇ, ਉਹਨਾਂ ਦੇ ਫਾਈਟਰ ਵੀ ਨੇ ਨਾਲ, ਆਮ ਬੰਦੇ ਵੀ ਆ ਵੜੇ। ਲੁੱਟਮਾਰ ਜਦ ਹੁੰਦੀ ਹੈ 1984 ਚ ਅਸੀਂ ਦਿੱਲੀ ਦੇਖਿਆ, ਭਾਵੇਂ ਉਦੋਂ ਕਾਂਗਰਸ ਦਾ ਇਹਨਾਂ ਨੂੰ ਥੋੜੀ ਮਦਦ ਸੀਗੀ, ਉੱਪਰੋਂ ਹੱਥ ਚੱਕ ਲਿਆ ਇਹਨਾਂ ਨੇ, ਸਿਕਿਉਰਿਟੀ ਫੋਰਸ ਨੂੰ ਨਹੀਂ ਰੋਕਿਆ, ਪਰ ਜਦ ਮਾਰਕੁੱਟ ਸ਼ੁਰੂ ਹੁੰਦੀ ਹੈ ਤਾਂ ਆਮ ਬੰਦਾ ਜਿਹੜਾ ਲੁਟੇਰਾ, ਉਹੀ ਲੁਟੇਰਾ ਬਣ ਜਾਂਦਾ। तो एक कंट्रोल ਉਹਦੇ ਤੇ ਪਤਾ ਨਹੀਂ ਤਾਂ ਇਹ ਸੋਚ ਕੇ ਆਏ ਸੀ ਸਾਰਾ ਕੁਝ ਕਰਨਾ, ਜਾਂ ਕੰਟਰੋਲ ਗਵਾ ਬੈਠੇ ਹਮਾਸ ਵਾਲੇ ਇਸ ਚੀਜ਼ ਤੋਂ, ਉਹ ਹੁਣ ਪਤਾ ਨਹੀਂ। ਲੇਕਿਨ ਰਿਜ਼ਲਟ, ਨਤੀਜਾ ਇਹ ਨਿਕਲਿਆ ਕਿ ਜੋ ਕੁਝ ਉਹਨਾਂ ਨੇ ਕੀਤਾ ਉਹਦੇ ਨਾਲ ਦੁਨੀਆ ਦਾ ਪਬਲਿਕ ਓਪੀਨੀਅਨ ਉਹਨਾਂ ਦੇ ਖਿਲਾਫ ਹੋ ਗਿਆ ਉਸ ਸਮੇਂ। ਸਰ ਜਦੋਂ ਫਰਾਂਸ ਦੀ ਟਿੱਪਣੀ ਆਵੇ, ਅਮਰੀਕਾ ਦੀ ਟਿੱਪਣੀ ਆਵੇ, ਵੈਸੇ ਇਜ਼ਰਾਈਲ ਦੇ ਨਾਲ ਖੜੇ ਆ, ਸਾਊਦੀ ਅਰਬ ਜਦੋਂ ਕਵੇ ਅਸੀਂ ਹਾਲਾਤਾਂ ਤੇ ਨਜ਼ਰ ਰੱਖ ਰਹੇ ਹਾਂ, ਭਾਰਤ ਵੀ ਜਦੋਂ ਇਹ ਗੱਲ ਕਹਿੰਦਾ ਹੈਗਾ, EU ਵੱਲੋਂ ਵੀ ਤੇ UN ਵੱਲੋਂ ਵੀ ਪ੍ਰਤੀਕਰਮ ਆਉਂਦੇ ਆ। ਸਰ ਇਹਦੇ ਵਿਚਾਲੇ ਇਹ ਸਮਝਣ ਦੀ ਜ਼ਰੂਰਤ ਹੈਗੀ ਆ ਕਿ ਇਹ ਮੁਲਕ ਵੰਡੇ ਨਜ਼ਰ ਆ ਰਹੇ ਹੋ ਤੁਹਾਨੂੰ, ਜਾਂ ਲੱਗਦਾ ਹੈ ਕਿ ਇੱਕ ਟਰੈਕ ਤੇ ਹੈ ਕੁਝ ਮੁਲਕ ਤੇ ਕੁਝ ਮੁਲਕ ਆ ਜਿਹੜੇ ਉਹ ਵੱਖਰੇ ਟਰੈਕ ਤੇ ਹੈ? ਜਿਹੜੇ ਵੱਖਰੇ ਟਰੈਕ ਤੇ ਮੁਲਕ ਆ ਉਹਨਾਂ ਦੀ ਗਿਣਤੀ ਘੱਟ ਹੈ ਤੇ ਇੱਕ ਟਰੈਕ ਤੇ ਮੁਲਕਾਂ ਦੀ ਗਿਣਤੀ ਜ਼ਿਆਦਾ। ਕੇਸੀ ਸਿੰਘ ਸਰ, ਤੁਸੀਂ ਕੀ ਸਮਝਦੇ ਹੋ ਸਰ? ਦੇਖੋ, ਇੱਕ ਸਾਰਿਆਂ ਤੋਂ ਵੱਡੀ ਜਿਹੜੀ ਥ੍ਰੇਡ ਹੈ ਉਹ ਤਾਂ ਜਿਹੜੇ ਇਸਲਾਮਿਕ ਕੰਟਰੀ, ਜਿਹੜੇ ਮੁਸਲਿਮ ਦੇਸ਼ ਨੇ, ਮੁਸਲਮਾਨਾਂ ਦੇ, ਉਹ ਇੱਕ ਪਾਸੇ ਨੇ। ਉਹ ਇਹ
ਇੱਕ ਕਾਰਨ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਹਮਾਸ ਨੇ ਇਸ ਲਈ ਕੀਤਾ ਹੈ, ਜਿਹਨੂੰ ਚੱਕ ਪਿੱਛੋਂ ਈਰਾਨ ਦੀ ਹੈ, ਹਿਜ਼ਬੁੱਲਾ ਨੇ ਵੀ ਚਾਬੀ ਲਗਾਈ ਹੈ, ਕਿਉਂਕਿ ਅਮਰੀਕਾ ਕੋਸ਼ਿਸ਼ ਕਰ ਰਿਹਾ ਸੀ, ਇਹਨਾਂ ਨੇ ਕੀਤੇ ਅਬਰਾਹਮ ਅਕੋਰਡਸ ਕਹਿੰਦੇ ਆ ਉਹਨਾਂ ਨੂੰ ਜੀ, ਕਿ ਇਜ਼ਰਾਈਲ ਦੀ ਸੁਲ੍ਹਾ ਕਰਵਾ ਦਿਓ। ਜਿਹੜੇ ਖਾੜੀ ਦੇ ਦੇਸ਼ ਹੈ, ਵੱਡੇ ਦੇਸ਼, ਇਮਰਾਤ ਨੇ ਤਾਂ ਕਰ ਹੀ ਲਈ, UAE ਨੇ, ਸਾਊਦੀ ਅਰੇਬੀਆ ਤੇ ਉਹ ਕੋਸ਼ਿਸ਼ ਕਰ ਰਹੇ ਸੀ ਕਿ ਇਹ ਸਾਰਿਆਂ ਦੀ ਸੁਲ੍ਹਾ ਜੇ ਇਜ਼ਰਾਈਲ ਦੇ ਨਾਲ ਹੋ ਜਾਂਦੀ ਹੈ ਫਿਰ ਈਰਾਨ ਵੱਖਰਾ ਰਹਿ ਜਾਏਗਾ, ਈਰਾਨ ਨੂੰ ਆਈਸੋਲੇਟ ਕਰ ਲਾਂਗੇ। ਜਾਰਡਨ ਦੀ ਤਾਂ ਪਹਿਲਾਂ ਹੀ ਹੋਈ ਹੈ, ਮਿਸਰ ਦੀ ਪਹਿਲਾਂ ਹੀ ਹੋਈ ਹੈ, ਸੀਰੀਆ ਦਾ ਫਰਕ ਨਹੀਂ ਪੈਂਦਾ। ਸੋ ਇਹ ਵੱਡੇ ਦੇਸ਼ ਖਾੜੀ ਦੇ ਜੇ ਨਾਲ ਮਿਲ ਜਾਂਦੇ ਹੈ ਫਿਰ ਇਜ਼ਰਾਈਲ ਦਾ ਰਸਤਾ ਖੁੱਲ ਜਾਏਗਾ, ਇੱਕ ਨਵਾਂ ਸਿਕਿਉਰਿਟੀ ਆਰਕੀਟੈਕਚਰ, ਨਵੀਂ ਭੂਮਿਕਾ, ਇੱਥੇ ਨਵਾਂ ਨਕਸ਼ਾ ਇੱਥੋਂ ਦਾ ਸਿਕਿਉਰਿਟੀ ਦਾ ਬਣ ਜਾਏਗਾ, ਜਿਹੜਾ ਕਿ ਇਹ ਹੋਏਗਾ ਕਿ ਅਮਰੀਕਾ ਇਹਦੇ ਰਾਹੀਂ ਇੱਥੇ ਕਾਬੂ ਪਾਏਗਾ ਤੇ ਕੰਟਰੋਲ ਕਰੇਗਾ। ਹੁਣ ਜਦ ਇਹ ਹਮਾਸ ਨੇ ਕਰ ਲਿਆ, ਉਹਦੇ ਬਾਅਦ ਸਾਊਦੀ ਅਰੇਬੀਆ ਨੇ ਤਾਂ ਰਿਵਰਸ ਗੇਅਰ ਲਾਤਾ, ਉਹਨਾਂ ਨੇ ਤਾਂ ਕਹਿਤਾ ਕਿ ਅਸੀਂ ਕੋਲਡ ਸਟੋਰੇਜ ਪਾਤੀ ਜਿਹੜੀ ਗੱਲਬਾਤ ਕਰ ਰਹੇ ਸੀ। ਕੋਈ ਵੀ ਵੱਡਾ ਦੇਸ਼ ਜਿਹੜਾ ਮੁਸਲਮਾਨ ਦੇਸ਼ ਹੋਊਗਾ ਇਸ ਵੇਲੇ ਨਹੀਂ ਇਜ਼ਰਾਈਲ ਨਾਲ ਸੁਲ੍ਹਾ ਕਰ ਸਕਦਾ, ਗੱਲਬਾਤ ਵੀ ਨਹੀਂ ਕਰ ਸਕਦਾ, ਸੁਲ੍ਹਾ ਤਾਂ ਛੱਡੋ। ਤੇ ਜਿਨ੍ਹਾਂ ਨੇ ਕਰ ਲਿਆ ਇਮਰਾਤ ਵਰਗਿਆਂ ਨੂੰ, ਉਹਨਾਂ ਨੂੰ ਮੁਸ਼ਕਿਲ ਹੈ। ਅੱਜ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਵਿਚਾਰ ਕਿਹਾ, ਕਿਧਰੇ ਬੋਲੇ ਨੇ ਕਿ ਕੱਲ ਬੋਲੇ ਨੇ ਕਿ ਜਿਹੜਾ ਇਹਨਾਂ ਨੇ G20 ਦੇ ਸਾਈਡ ਲਾਈਨ ਤੇ ਕੀਤਾ ਸੀ ਕਿ ਇਹ ਇੱਥੋਂ ਲਾ ਕੇ ਯੂਰਪ ਦੇ ਨਾਲ ਇੱਕ ਕਨੈਕਸ਼ਨ ਹੋਊਗਾ, ਸਮੁੰਦਰੀ ਰਸਤੇ ਪਹਿਲਾਂ ਜਾਊਗਾ, ਫਿਰ ਰੇਲ ਗੱਡੀ ਦੇ ਰਸਤੇ ਇਮਰਾਤ ਤੇ ਸਾਊਦੀ ਅਰੇਬੀਆ ਦੇ ਵਿੱਚ ਇਜ਼ਰਾਈਲ 'ਚ ਜਾ ਕੇ ਉੱਥੋਂ ਯੂਰਪ ਜਾਏਗਾ। ਉਹਨਾਂ ਨੇ ਅੱਜ ਗੱਲ ਫਿਰ ਉਹ ਦੁਹਰਾਈ ਹੈ, ਲੇਕਿਨ ਉਹ ਤਾਂ ਗੱਲ ਬਿਲਕੁਲ ਪਲਟੀ ਗਈ, ਕਿਉਂਕਿ ਇਜ਼ਰਾਈਲ ਦੇ ਕੇਸੀ ਸਿੰਘ ਸਰ, ਤੁਸੀਂ ਤੁਰਕੀ ਵੀ ਰਹੇ ਹੋ ਸਰ ਬਹੁਤ ਸਾਲ, ਮੈਂ ਉਸੇ ਹਵਾਲੇ ਨਾਲ G20 ਦਾ ਜਿਹੜਾ ਤੁਸੀਂ ਜ਼ਿਕਰ ਛੇੜਿਆ ਸਰ, ਉਸ ਨੂੰ ਸਮਝਣਾ ਚਾਹੁੰਦਾ ਸਰ। ਹਾਂ, ਮੈਂ ਉਹੀ ਦੱਸ ਰਿਹਾ ਕਿ ਉਹ ਜਿਹੜੇ ਇਸ ਵੇਲੇ, ਮੈਂ ਉਦੋਂ ਵੀ ਕਿਹਾ ਜਿੱਦਣ ਹੋਇਆ, ਮੈਂ ਟੈਲੀਵਿਜ਼ਨ ਤੇ ਸੀ ਇੱਥੇ, ਮੈਂ ਕਿਹਾ ਜੇ ਸਾਰੇ ਦੇਸ਼ਾਂ ਦੇ ਵਿੱਚ ਇੱਕ ਐਗਰੀਮੈਂਟ ਹੋ ਰਿਹਾ ਹੈ ਕਿ ਅਸੀਂ ਇਹ ਲਾਈਨ ਬਣਾਉਣੀ ਹੈ ਇੱਥੋਂ ਲਾ ਕੇ ਯੂਰਪ ਤਾਈਂ, ਔਰ ਇਹ ਤੇਜ਼ ਹੋਊਗੀ ਕਿਉਂਕਿ ਰੇਲ ਗੱਡੀ ਸਮੁੰਦਰੀ ਜਹਾਜ਼ ਨਾਲ ਤੇਜ਼ ਚੱਲਦੀ ਹੈ, ਤਾਂ ਉਹ ਕਹਿੰਦੇ ਸੀ 20% ਜਲਦੀ ਪਹੁੰਚ ਜਾਣੀਆਂ ਚੀਜ਼ਾਂ ਯੂਰਪ 'ਚ। ਪਰ ਮੈਂ ਕਿਹਾ ਉਦੋਂ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਤਾਂ ਸੀ ਨਹੀਂ, ਉਦੋਂ ਕਰਾਊਨ ਪ੍ਰਿੰਸ ਸਾਊਦੀ ਅਰੇਬੀਆ ਦਾ ਸੀ, ਪ੍ਰੈਜ਼ੀਡੈਂਟ ਇਮਰਾਤ ਦਾ ਸੀ, ਹਿੰਦੁਸਤਾਨ ਤਾਂ ਸੀ, ਸਾਰੇ ਬਾਕੀ ਦੇ ਨੇਤਾ ਸੀਗੇ, ਲੇਕਿਨ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਤਾਂ ਸੀ ਨਹੀਂ। ਤਾਂ ਮੈਂ ਕਿਹਾ ਇਹ ਅਸੀਂ ਕੀ ਆਪਸ 'ਚ ਐਗਰੀਮੈਂਟ ਕਰ ਰਹੇ ਹਾਂ ਜੇ ਇੱਕ ਦੇਸ਼ ਦਾ ਜਿਹੜਾ ਬਹੁਤ ਕ੍ਰਿਟੀਕਲ ਹੈ, ਕਿਉਂਕਿ ਅਖੀਰਲੀ ਜਿਹੜੀ ਪੋਰਟ ਹੈਗੀ ਹੈ ਉਹ ਤਾਂ ਇਜ਼ਰਾਈਲ ਦੀ ਹੈ ਜਿੱਥੇ ਸਾਰੀਆਂ ਚੀਜ਼ਾਂ ਲਿਜਾਣੀਆਂ, ਉਹਦੇ ਬਾਅਦ ਫਿਰ ਸਮੁੰਦਰੀ ਰਸਤੇ ਤੇ ਯੂਰਪ ਜਾਏਗਾ। ਤਾਂ ਉਹੀ ਗੱਲ ਹੋਈ। ਉਹਦੇ ਬਾਅਦ ਹਮਾਸ ਦੇ ਧਮਾਕੇ ਦੇ ਬਾਅਦ ਇਹ ਤਾਂ ਹੁਣ ਸੋਚਾਂ ਸਾਲ ਬਾਅਦ, 2 ਸਾਲ ਬਾਅਦ, 3 ਸਾਲ ਬਾਅਦ ਕੀ ਹੋਵੇ ਉਹ ਕਿਸੇ ਨੇ ਨਹੀਂ ਦੇਖਿਆ, ਲੇਕਿਨ ਹਾਲ ਦੀ ਘੜੀ ਉਹਦੇ ਬਾਰੇ ਇਹ ਸੋਚਣਾ ਵੀ ਮੈਂ ਸਮਝਦਾ ਇਹਦਾ ਕੋਈ ਫਾਇਦਾ ਹੈ ਨਹੀਂ, ਕਿਉਂਕਿ ਹਾਲੇ ਤਾਂ ਇਹ ਸੋਚਣਾ ਚਾਹੀਦਾ ਇੱਥੇ ਕਿਉਂ। ਸੋ ਇਸੇ ਕਰਕੇ ਜਦ ਪ੍ਰਧਾਨ ਮੰਤਰੀ ਸਾਹਿਬ ਨੇ ਇੱਕਦਮ ਆਪਣੀ ਦੋਸਤੀ ਨਿਭਾਉਂਦੇ ਹੋਏ ਇਹ ਕਹਿਤਾ ਕਿ ਅਸੀਂ ਇਜ਼ਰਾਈਲ, ਇਹ ਜਿਹੜਾ ਆਤੰਕਵਾਦੀ ਹਮਲਾ ਹੋਇਆ, ਅਸੀਂ ਇਜ਼ਰਾਈਲ ਨਾਲ ਖੜੇ ਹਾਂ। ਆਮ ਤੌਰ ਤੇ ਅਸੀਂ ਇੱਕ ਪੱਖੀ ਸਟੇਟਮੈਂਟ ਨਹੀਂ ਦਿੰਦੇ, ਲੇਕਿਨ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਸਿਰਫ ਆਤੰਕਵਾਦ ਦਾ ਵਿਰੋਧ ਕਰ ਰਹੇ ਸੀਗੇ, ਲੇਕਿਨ ਸਿਗਨਲ ਇਹ ਗਿਆ ਕਿ ਹਿੰਦੁਸਤਾਨ ਬਿਲਕੁਲ ਉਸੇ ਤਰੀਕੇ ਨਾਲ ਇਜ਼ਰਾਈਲ ਨਾਲ ਖੜਾ ਹੈ ਜਿਵੇਂ ਅਮਰੀਕਾ ਖੜਾ ਹੈ, ਜਿਵੇਂ ਯੂਰਪ। ਨਹੀਂ ਸਰ, ਇਹਦੇ ਵਿੱਚ ਇੱਕ ਚੀਜ਼ ਸਮਝਣ ਦੀ ਬਹੁਤ ਜ਼ਰੂਰਤ ਹੈਗੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਤੱਤੇ ਘਾਹ ਹੀ ਇੰਡੀਆ ਨੇ ਜਿਹੜਾ ਬਿਆਨ ਦਿੱਤਾ ਹੈਗਾ ਉਸ ਦਾ ਮੈਸੇਜ ਜਿਹੜਾ ਜਾਂ ਸਿਗਨਲ ਇਸ ਤਰੀਕੇ ਨਾਲ ਗਿਆ ਹੈਗਾ, ਪਰ ਜਿਹੜੇ ਹੁਣ ਉਹ ਸ਼ਾਇਦ ਚੀਜ਼ਾਂ ਸੁਧਾਰਨ ਦੀ ਕੋਸ਼ਿਸ਼ 'ਚ ਹੈ ਇੰਡੀਆ, ਤੁਹਾਨੂੰ ਲੱਗਦਾ? ਬਿਲਕੁਲ ਠੀਕ ਹੈ, ਕਿਉਂਕਿ ਵਿਦੇਸ਼ ਮੰਤਰਾਲਿਆ ਨੇ ਜਾਂ ਤਾਂ ਅਗਲੇ ਦਿਨ ਹੀ ਸਟੇਟਮੈਂਟ ਦੇ ਦਿੰਦੇ, ਉਹਨਾਂ ਨੇ 5-6-7 ਦਿਨ ਕੱਢਤੇ, ਉਹਦੇ ਬਾਅਦ ਸਟੇਟਮੈਂਟ ਆਈ, ਉਹ ਫਿਰ ਉਸੇ ਤਰ੍ਹਾਂ ਦੀ ਸਟੇਟਮੈਂਟ ਆਈ ਦੋ ਪੱਖੀ। ਅੱਜ ਵੀ ਜਦ ਰਾਸ਼ਟਰਪਤੀ ਅਮਰੀਕਾ ਦੇ ਉੱਥੇ ਬੋਲੇ ਨੇ, ਇਜ਼ਰਾਈਲ 'ਚ ਗਏ ਹੋਏ ਨੇ, ਪਹਿਲਾ 2/3 ਉਹ ਸਭ ਕੁਝ ਉਹਨਾਂ ਨੇ ਕਿਹਾ ਅਸੀਂ ਇਜ਼ਰਾਈਲ ਦੇ ਨਾਲ ਖੜੇ ਹਾਂ, ਅਸੀਂ ਇਜ਼ਰਾਈਲ ਦੀ ਮਦਦ ਕਰਾਂਗੇ, ਇਜ਼ਰਾਈਲ ਤੇ ਕੋਈ ਕੁਝ ਕਰ ਨਹੀਂ ਸਕਦਾ। ਲੇਕਿਨ ਉਹਦੇ ਬਾਅਦ ਉਹਨਾਂ ਨੇ ਫਿਰ ਇਹ ਕਿਹਾ ਕਿ ਦੇਖੋ ਇਹ ਹਿਊਮੈਨਿਟੇਰੀਅਨ ਜਿਹੜੇ ਉੱਥੇ, ਇਹ ਤਾਂ ਨਹੀਂ ਤੁਸੀਂ ਕਰ ਸਕਦੇ ਕਿ ਪਾਣੀ ਬੰਦ ਕਰ ਦਿਓ, ਬਿਜਲੀ ਬੰਦ ਕਰ ਦਿਓ, ਖਾਣ ਪੀਣ ਦੀਆਂ ਚੀਜ਼ਾਂ ਬੰਦ ਕਰ ਦਿਓ। ਜਿਹੜਾ ਬੇਕਸੂਰ ਬੰਦਾ ਹੈ ਵਿੱਚ, ਸਾਰਾ ਤਾਂ ਹਮਾਸ ਨਹੀਂ ਹੈ ਨਾ, ਗਾਜ਼ਾ ਦੇ ਵਿੱਚ ਜਿਹੜੇ ਜੇ ਉਹਨਾਂ ਨੂੰ ਕਹਿ ਵੀ ਲਈਏ ਆਤੰਕਵਾਦੀ ਹੈ, ਕਿੰਨੇ ਹੋਣਗੇ? 5% ਆਬਾਦੀ ਹੋਊਗੀ ਉੱਥੋਂ ਦੀ, 10% ਆਬਾਦੀ ਹੋਊਗੀ, ਉਤੋਂ ਜ਼ਿਆਦਾ ਤਾਂ ਨਹੀਂ ਹੋ ਸਕਦੇ ਉਹ। ਤਾਂ ਉਹ ਜੇ ਬਾਕੀ ਦੇ ਜਿਹੜੇ ਬੇਕਸੂਰ ਨੇ, ਬੱਚੇ ਨੇ, ਜਨਾਨੀਆਂ ਨੇ, ਉਹਨਾਂ ਤੇ ਤੁਸੀਂ ਬੰਬ ਮਾਰੀ ਜਾਓ ਕਿ ਨਹੀਂ ਜੀ ਇਹਨਾਂ ਦੇ ਵਿੱਚ ਹਮਾਸ ਰੁਕਿਆ ਹੋਇਆ ਹੈ, ਉਹਦੇ ਨਾਲ ਫਿਰ ਪਬਲਿਕ ਓਪੀਨੀਅਨ ਬਦਲ ਗਿਆ। ਹੁਣ ਇਜ਼ਰਾਈਲ ਦੇ ਖਿਲਾਫ ਹੋ ਗਿਆ ਪਬਲਿਕ, ਅੱਜ ਸਾਰੀ ਜਗ੍ਹਾ ਐਜੀਟੇਸ਼ਨ ਹੋ ਰਹੀ ਹੈ, ਮੁਸਲਮਾਨਾਂ ਦੇ ਦੇਸ਼ਾਂ ਦੇ ਵਿੱਚ, ਕਈ ਜਗ੍ਹਾ ਟਰਕੀ ਦੇ ਵਿੱਚ ਅਮਰੀਕਾ ਦੀ ਬੇਸ ਹੈ, ਉੱਥੇ ਬਹੁਤ ਵੱਡਾ ਇਕੱਠ ਹੋਇਆ ਉਹ ਤੋੜ ਰਹੇ ਉਹਨਾਂ ਦੀ ਫੈਂਸ। ਤਾਂ ਉਹ ਫਿਰ ਉਸ 'ਚ ਬਾਈਡਨ ਸਾਹਿਬ ਨੇ ਇਹਨੂੰ ਬੈਲੈਂਸ ਕੀਤਾ, ਇਹ ਕਿਹਾ ਕਿ ਇਹਨਾਂ ਨੂੰ ਰੈੱਡ ਕਰਾਸ ਨੂੰ ਉੱਥੇ ਜਾਣ ਦਿਓ, ਉਹ ਜਿਹੜੇ ਬੰਦਿਆਂ ਨੂੰ ਫੜ ਕੇ ਲੈ ਕੇ ਗਏ ਉਹਨਾਂ ਨੂੰ ਕੰਟੈਕਟ ਕਰਨ, ਹਿਊਮੈਨਿਟੇਰੀਅਨ ਅਸਿਸਟੈਂਸ। ਮਿਸਰ ਦੇ ਟਰੱਕ ਆਏ ਖੜੇ ਨੇ,
ਉਹ ਕਹਿ ਰਹੇ ਨੇ ਪਾਣੀ ਹੈ, ਖਾਣ ਪੀਣ ਦਾ ਸਮਾਨ ਹੈ, ਅੰਦਰ ਜਾਣ ਦਿਓ। ਤੁਸੀਂ ਇਹ ਕਹਿਣਾ ਕਿ 10 ਲੱਖ ਬੰਦਾ, 20 ਲੱਖ ਬੰਦਿਆਂ ਚੋਂ 10 ਲੱਖ ਬੰਦਾ ਉੱਤਰ ਤੋਂ ਲਾ ਕੇ ਦੱਖਣ 'ਚ ਚਲੇ ਜਾਵੇ ਗਾਜ਼ਾ 'ਚ, ਔਰ ਤੁਸੀਂ ਉੱਥੇ ਕੋਈ ਇਲਾਜ ਕੀਤਾ ਨਹੀਂ, ਕੋਈ ਤੰਬੂ ਨਹੀਂ ਲਾਏ, ਕੋਈ ਰਹਿਣ ਦੀ ਜਗ੍ਹਾ ਨਹੀਂ, ਖਾਣ ਪੀਣ ਦੀ ਜਗ੍ਹਾ ਨਹੀਂ, ਤੇ 10 ਲੱਖ ਬੰਦਾ ਕਿਵੇਂ ਤੁਸੀਂ ਟ੍ਰਾਂਸਫਰ ਕਰ ਦੋਗੇ ਇੱਕਦਮ? ਦੂਜੇ ਪਾਸੇ ਤੁਸੀਂ ਮਿਸਾਈਲ ਮਾਰੀ ਜਾਓ। तो ये इजराइल की पॉलिसी चल नहीं रही। तो एक बड़ी अच्छी गल बाइडन साहब ने कही कि मैं समझदा है कि तुसीं हरख चो, लेकिन हरख नूं खाण ना दिओ, अपने आप नूं इन्ना हरख ना करो कि थोड़े ते इन्ना असर हो जाए कि तुसीं बिल्कुल ही देख ही ना सको कि बेकसूर की भी मौत हो रही है। उन्हां दा कहण दा मतलब ये सीगा। सो जे अमरीका भी बैलेंस कर रहा है, हिंदुस्तान नूं भी करना पिया बैलेंस। नहीं, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਸਰ ਕਿ ਅਮਰੀਕਾ ਬੈਲੈਂਸ ਕਰ ਰਿਹਾ ਹੈ, ਪਰ ਇੱਕ ਸਿਗਨਲ ਇਹ ਵੀ ਜਾ ਰਿਹਾ ਨਾ ਕਿ ਜਿਹੜਾ ਹਸਪਤਾਲ ਵਿੱਚ ਅਟੈਕ ਹੋਇਆ ਉਹਦੇ ਵਿਚਾਲੇ ਉਹ ਇਜ਼ਰਾਈਲ ਨੂੰ ਕਲੀਨ ਚਿੱਟ ਤਾਂ ਨਹੀਂ ਦੇ ਰਿਹਾ ਅਮਰੀਕਾ। ਤੁਹਾਨੂੰ ਕੀ ਸਮਝ ਆ ਰਿਹਾ ਸਰ ਇਹ ਸਾਰੇ ਪੂਰੇ ਪ੍ਰਤੀਕਰਮ ਦੇ ਵਿੱਚ? ਉਹ ਹੁਣ ਟੈਲੀਵਿਜ਼ਨ ਤੇ ਇਹੀ ਆ ਰਿਹਾ, ਉਹ ਕਹਿ ਰਹੇ ਨੇ ਕਿ ਇਹ ਸਾਡਾ ਮਿਸਾਈਲ ਨਹੀਂ ਹੋ ਸਕਦਾ। ਉਹਨਾਂ ਨੇ ਇੱਕ ਤਾਂ ਹੁਣੇ CNN ਨੇ ਦਿਖਾਈ ਹੈ, ਉਹਨਾਂ ਨੇ ਇੰਟਰਸੈਪਟ ਨੇ ਹਮਾਸ ਦੇ ਜਿਹੜੇ ਫਾਈਟਰ ਨੇ ਆਪਸ 'ਚ ਗੱਲ ਕਰ ਰਹੇ, ਉਹਨਾਂ ਦੀ ਟੈਲੀਫੋਨ ਦੀ ਗੱਲਬਾਤ ਉਹਨਾਂ ਨੇ ਟੈਪ ਕੀਤੀ ਹੈ, ਹੋ ਸਕਦਾ ਹੈ ਬਣਾਈ ਗਈ ਹੋਵੇ। ਫਿਰ ਜਰਨੈਲ ਜਿਹੜੇ ਨੇ ਉਹ ਉੱਤੋਂ ਪਿਕਚਰਾਂ ਦੇਖ ਕੇ ਦੱਸ ਰਹੇ ਨੇ ਕਿ ਜੇ ਮਿਸਾਈਲ ਲੱਗਿਆ ਹੋਵੇ ਫਿਰ ਬਹੁਤ ਵੱਡਾ ਕ੍ਰੇਟਰ ਹੁੰਦਾ ਹੈ, ਕਾਰਾਂ ਜਲਦੀਆਂ ਨਹੀਂ, ਕਾਰਾਂ ਉੱਡ ਕੇ ਚਲੇ, ਉਠਾ ਕੇ ਮਾਰਦਾ ਉਹ ਕਾਰਾਂ ਨੂੰ। ਪਤਾ ਨਹੀਂ ਹੁਣ ਇਹ ਡਿਬੇਟ ਚੱਲੇਗੀ, ਇਹ ਕਹਿਣਗੇ ਕਿ ਨਹੀਂ ਹੈ, ਉਹ ਕਹਿ ਰਹੇ ਹੈਗਾ। ਪਰ ਕੱਲਾ ਮਤਲਬ ਕਿ ਇਹਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਧਾ ਤੁਸੀਂ ਕਹੋ ਕਿ ਇਜ਼ਰਾਈਲ ਨੇ ਮਿਸਾइल मारिया। अमरीका ਨੂੰ ਤਾਂ ਪਤਾ ਹੋਣਾ ਚਾਹੀਦਾ। ਚਲੋ ਮੈਂ ਦੋ ਸਵਾਲ ਕਰਨਾ ਚਾਹੁੰਦਾ ਤੁਹਾਨੂੰ। ਇੱਕ ਤਾਂ ਹਸਪਤਾਲ ਦੇ ਅਟੈਕ ਤੋਂ ਪਹਿਲਾਂ ਸਾਡੇ ਖਿੱਤੇ ਦੇ ਮੀਡੀਆ ਦਾ ਟਰੈਕ ਕੀ ਸੀਗਾ, ਤੇ ਇਸ ਹਸਪਤਾਲ ਤੇ ਹਮਲੇ ਤੋਂ ਬਾਅਦ ਸਾਡੇ ਖਿੱਤੇ ਦਾ ਮੀਡੀਆ ਦਾ ਟਰੈਕ ਕੀ ਹੋਵੇਗਾ? ਦੇਖੋ, ਮੈਨੂੰ ਇੱਕ ਹੋਰ ਗੱਲ ਇਹਦੇ 'ਚ ਜੋ ਹੈਗੀ ਹੈ ਕਿ ਜਦ ਇਹ ਸ਼ੁਰੂ ਹੋਇਆ, ਜਦ ਪ੍ਰਾਈਮ ਮਿਨਿਸਟਰ ਮੋਦੀ ਨੇ ਕਹਿ ਦਿੱਤਾ ਮੈਂ ਇਜ਼ਰਾਈਲ ਨਾਲ ਖੜਾ ਹਾਂ, ਤਾਂ ਸਾਡੇ ਜਿਹੜੇ ਡਾਇਸਪੋਰਾ ਦੇ ਲੋਕ ਹੈ ਉਹ ਵੀ ਆਪਸ ਵਿੱਚ ਝਗੜਾ ਸ਼ੁਰੂ ਕਰਤਾ, ਸਿੱਖਾਂ ਤੇ ਨੌਨ ਸਿੱਖਾਂ ਨੇ। ਉਹ ਉਹਨਾਂ ਨੂੰ ਕਹਿੰਦੇ ਤੁਸੀਂ ਕਿਉਂ ਮੁਸਲਮਾਨਾਂ ਦੀ ਮਦਦ ਕਰਦੇ ਹੋ, ਅਸੀਂ ਯਹੂਦੀਆਂ ਨਾਲ ਖੜੇ ਹਾਂ। ਦੇਖੋ, ਇਹ ਡਾਇਸਪੋਰਾ 'ਚ ਇਹ ਤਰੇੜਾਂ ਨਹੀਂ ਆਉਣੀਆਂ ਚਾਹੀਦੀਆਂ। ਹਿੰਦੁਸਤਾਨ ਵੀ ਬੈਲੈਂਸ ਕਰ ਰਿਹਾ, ਲੇਕਿਨ ਉਹ ਪਹਿਲੀ ਸਟੇਟਮੈਂਟ ਸੁਣ ਕੇ ਉਹ ਆਪਸ 'ਚ ਨਹੀਂ ਤੁਸੀਂ ਖਾਲਿਸਤਾਨੀ ਹੋ, ਤੁਸੀਂ ਤਾਂ ਯਹੂਦੀਆਂ ਦੀ ਮਦਦ, ਯਹੂਦੀਆਂ ਦੇ ਤੁਸੀਂ ਖਿਲਾਫ ਹੋ। ਦੇਖੋ, ਨਾ ਯਹੂਦੀਆਂ ਦੇ ਕੋਈ ਖਿਲਾਫ ਹੈ ਨਾ ਕੋਈ, ਇਹ ਸਿਰਫ ਇਹ ਗੱਲ ਸੋਚ ਸਮਝ ਕੇ ਕਰਨ ਦੀ ਹੈ ਕਿ ਦੋ ਹੱਥਾਂ ਨਾਲ ਤਾਲੀ ਵੱਜਦੀ ਹੈ। ਦੋ ਬੰਦਿਆਂ ਦੀ ਗਲਤੀ ਹੋਵੇ ਤਾਂ ਉਹਦੇ 'ਚੋਂ ਹਮਾਸ ਨੇ ਗਲਤੀ ਕੀਤੀ ਹੈ, ਲੇਕਿਨ ਫਲਸਤੀਨੀਆਂ ਵਿਚਾਰੇ ਆਮ ਬੰਦੇ ਨੇ ਕੀ ਗਲਤੀ ਕੀਤੀ ਹੈ? ਤਾਂ ਇਸ ਕਰਕੇ ਇਹਦੇ 'ਚ ਕੋਈ ਇਲਾਜ ਐਸਾ ਲੱਭਣਾ ਪਏਗਾ। ਔਰ ਸਾਡਾ ਤਾਂ ਮੀਡੀਆ ਵੀ ਫਿਰ ਉਵੇਂ ਚੱਲਦਾ ਹੈ। ਮੈਂ ਤਾਂ ਟੀਵੀ ਤੇ ਵੀ ਇਹ ਬੋਲਿਆ, ਲੇਕਿਨ ਉਹ ਫਿਰ ਜ਼ਿਆਦਾ ਬੰਦੇ ਕਿ ਨਹੀਂ ਜੀ ਨਹੀਂ ਅੱਜ ਤਾਂ ਮੌਕਾ ਇਜ਼ਰਾਈਲ ਦੇ ਨਾਲ ਖੜੇ ਹੋਣ ਦਾ ਮੌਕਾ ਹੈ। ਉਹ ਇਸ਼ਾਰਾ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਤੋਂ ਆਇਆ, ਫਿਰ ਤੁਹਾਨੂੰ ਪਤਾ ਹੀ ਹੈ ਉਧਰ ਨੂੰ ਹੀ ਹਨੇਰੀ ਚੱਲ ਪੈਂਦੀ ਹੈ। ਕੇਸੀ ਸਿੰਘ ਸਰ, ਮੈਂ ਇੱਕ ਚੀਜ਼ ਜ਼ਰੂਰ ਤੁਹਾਡੇ ਤੋਂ ਸਮਝਣਾ ਚਾਹੁੰਦਾ, ਜਿਹੜੇ ਗਾਜ਼ਾ ਦੇ ਵਿੱਚ ਲੋਕ ਰਹਿੰਦੇ ਆ, ਕਿ ਅਸੀਂ ਇਹ ਮੰਨ ਕੇ ਚੱਲੀਏ ਜੋ ਰਿਪੋਰਟਸ ਹੈ ਕਿ ਜਿਹੜੀ ਉੱਥੋਂ ਦੀ 80% ਪਾਪੂਲੇਸ਼ਨ ਹੈ ਉਹ ਕੌਮਾਂਤਰੀ ਸਹਾਇਤਾ ਤੇ ਨਿਰਭਰ ਕਰਦੀ ਹੈ ਸਰ, ਇਹ ਮੰਨ ਕੇ ਚੱਲੀਏ ਸਰ ਅਸੀਂ, ਜਾਂ ਤੁਹਾਨੂੰ ਲੱਗਦਾ ਕਿ ਡਾਟਾ ਵਿੱਚ ਕੁਝ ਫਰਕ ਹੈ? ਨਹੀਂ, ਬਿਲਕੁਲ ਠੀਕ ਹੈ, ਕਿਉਂਕਿ ਉੱਥੇ ਇਕਨੋਮੀ ਤਾਂ ਕੋਈ ਡਿਵੈਲਪ ਹੀ ਨਹੀਂ ਹੋਈ ਗਾਜ਼ਾ ਦੀ। ਜੇ ਚਾਰੋਂ ਪਾਸੇ ਤੁਸੀਂ ਬੰਦ ਕਰ ਦੋ, ਉਹਨਾਂ ਤੇ ਤੁਸੀਂ ਬਲੌਕੇਡ ਲਾਇਆ ਹੋ ਗਿਆ 10-12 ਸਾਲ। 2016 ਦੇ ਜਦ ਹੀ ਉਹਨਾਂ ਦੀ ਸਰਕਾਰ ਬਣੀ ਹੈ, ਤੁਸੀਂ ਉਹਦਾ ਬਲੌਕੇਡ ਕੀਤਾ ਹੋਇਆ ਹੈ। ਸਮੁੰਦਰ ਰਸਤੇ ਵੀ ਉੱਥੇ ਚੀਜ਼ਾਂ ਜਿਹੜੀਆਂ ਜਾਂਦੀਆਂ, ਕਹਿੰਦੇ ਹਥਿਆਰ ਨਾ ਜਾਣ, ਤੋਂ ਇਜ਼ਰਾਈਲ ਨੁਕਤਾਚੀਨੀ ਕਰਦਾ ਹੈ। ਮਿਸਰ ਵਾਲੇ ਵੀ ਨਹੀਂ ਚਾਹੁੰਦੇ ਕਿ ਖੁੱਲ੍ਹੇਆਮ ਸਮਾਨ ਆਵੇ, ਸਿਰਫ ਖਾਣ ਪੀਣ ਦਾ, ਬਿਜਲੀ ਜਿਹੜੀ ਹੈ, ਬਿਜਲੀ ਤੇ ਪਾਣੀ ਇਜ਼ਰਾਈਲ ਦਿੰਦਾ ਰਿਹਾ ਉਹਨਾਂ ਨੂੰ, ਔਰ ਉੱਥੋਂ ਦੇ ਬੰਦਿਆਂ ਨੂੰ ਆਉਣ ਦਿੰਦੇ ਆ ਕਿ ਨੌਕਰੀ ਕਰਕੇ, ਲੇਬਰ ਕਰਕੇ ਤੁਸੀਂ ਬਾਹਰ ਚਲੇ ਜਾਓ, ਵਾਪਸ ਚਲੇ ਜਾਓ ਆਪਣੇ ਘਰ। ਲੇਕਿਨ ਉੱਥੇ ਇਕਨੋਮੀ ਨਹੀਂ ਨਾ ਡਿਵੈਲਪ ਹੋਣ ਦਿੱਤੀ ਜਦ ਤਾਈਂ ਉਹ ਖੁੱਲ੍ਹੇਆਮ ਉਹਨਾਂ ਨੂੰ ਛੁੱਟੀ ਨਹੀਂ ਹੋਊਗੀ। ਲੇਕਿਨ ਇਜ਼ਰਾਈਲ ਦੀ ਵੀ ਗੱਲ ਠੀਕ ਹੈ ਕਿ ਹਮਾਸ ਜਦ ਤਾਈਂ ਉੱਥੇ ਕਾਬੂ ਨਹੀਂ ਛੱਡਦਾ, ਹੁਣ ਉਹ ਬਣ ਜਾਂਦੀ ਹੈ ਆਂਡਾ ਤੇ ਮੁਰਗੀ ਵਾਲੀ ਗੱਲ, ਕਿਹੜੀ ਚੀਜ਼ ਪਹਿਲਾਂ ਹੋਵੇ। ਸੋ ਇਹ ਅੰਡਾ ਮੁਰਗੀ ਵਾਲੀ ਬਹਿਸ ਕਰਦੇ ਕਰਦੇ ਇਹ ਹਾਲਾਤ ਵਿਗਾੜ ਲਏ ਨੇ ਇਜ਼ਰਾਈਲ। ਔਰ ਇਹਦੇ 'ਚ ਦੇਖੋ, ਜੈਰੂਸਲਮ ਪੋਸਟ ਨੇ ਹੁਣੇ ਸਰਵੇ ਕੀਤੀ ਹੈ, ਉੱਥੋਂ ਦਾ ਅਖਬਾਰ ਹੈ, 80-90% ਬੰਦੇ ਇਹ ਕਹਿ ਰਹੇ ਹੈ ਕਿ ਇਹ ਗਲਤੀ ਉੱਥੋਂ ਦੇ ਪ੍ਰਧਾਨ ਮੰਤਰੀ ਦੀ ਹੈ। ਹੈਰੇਟਸ ਜਿਹੜਾ ਸਾਰਿਆਂ ਤੋਂ ਪੁਰਾਣਾ ਅਖਬਾਰ ਹੈ, ਉਹ ਰੋਜ਼ ਕਹਿੰਦਾ ਹੈ ਕਿ ਨੇਤਨਯਾਹੂ ਨੂੰ ਨਿਕਲ ਜਾਣਾ ਚਾਹੀਦਾ ਹੈ, ਇੰਤਜ਼ਾਰ ਨਹੀਂ ਕਰਨੀ ਚਾਹੀਦੀ ਕਿ ਲੜਾਈ ਕਦ ਖਤਮ ਹੋਗੀ। ਨੇਤਨਯਾਹੂ ਨੂੰ ਵੀ ਹੁਣ ਸਾਂਝੀ ਸਰਕਾਰ ਬਣਾਉਣੀ ਪਈ ਹੈ। ਉਹਦੇ ਵਿੱਚ ਉਹਨੇ ਆਪੋਜੀਸ਼ਨ ਦੇ ਕੁਝ ਬੰਦੇ ਵਿੱਚ ਲਏ ਆ, ਲੇਕਿਨ ਸਾਰਿਆਂ ਤੋਂ ਵੱਡਾ ਲੀਡਰ ਜਿਹੜਾ ਆਪੋਜੀਸ਼ਨ ਦਾ ਸੀ ਉਹ ਅੰਦਰ ਨਹੀਂ ਆਇਆ। ਉਹਨੇ ਕਿਹਾ ਕਿ ਜਦ ਤਾਈਂ ਉਹ ਸੱਜੇ ਪੱਖੂ ਦੇ ਬੰਦੇ ਤੁਸੀਂ ਨਹੀਂ ਕੱਢਦੇ ਆਪਣੀ ਸਰਕਾਰ ਚੋਂ, ਅਸੀਂ ਅੰਦਰ ਨਹੀਂ ਆਉਣਾ। ਸੋ ਇੱਕ ਵਾਰ ਕੈਬਨਿਟ ਬਣੀ ਹੈ। ਅੱਜ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਮੀਟਿੰਗ ਉਸ ਵਾਰ ਕੈਬਨਿਟ ਨਾਲ ਕੀਤੀ ਹੈ, ਔਰ ਇੱਕ ਬੰਦਾ ਜਿਹੜਾ ਪੁਰਾਣਾ ਆਰਮੀ ਚੀਫ ਹੈ ਉਹਦੇ ਚੋਂ ਆਪੋਜੀਸ਼ਨ ਚੋਂ ਇਹਨਾਂ ਨੇ ਅੰਦਰ ਲਿਆ। ਸੋ ਨੇਤਨਯਾਹੂ ਅੱਗੇ ਨਾਲੋਂ ਕਮਜ਼ੋਰ ਹੋ ਗਿਆ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿਉਂਕਿ ਲੜਾਈ ਹੈ, ਇਸ ਵੇਲੇ ਤੁਸੀਂ ਪ੍ਰਧਾਨ ਮੰਤਰੀ ਨੂੰ ਕੱਢ ਨਹੀਂ ਸਕਦੇ।
ਲੇਕਿਨ ਇਹਦਾ ਨੁਕਸਾਨ ਜਿਵੇਂ ਗੋਲਡਾ ਮੇਅਰ 1973 ਦੀ ਲੜਾਈ ਦੇ ਬਾਅਦ ਗੋਲਡਾ ਮੇਅਰ ਪ੍ਰਾਈਮ ਮਿਨਿਸਟਰ ਨਹੀਂ ਸੀ ਰਹੀ, ਸੋ ਇਹ ਮੁਸ਼ਕਲ ਲੱਗਦਾ ਕਿ ਨੇਤਨਯਾਹੂ ਰਹਿ ਸਕਣਗੇ ਜਦ ਕਦੇ ਥੋੜੀ ਸੁਖ ਸ਼ਾਂਤੀ ਹੁੰਦੀ ਹੈ, ਇਲੈਕਸ਼ਨ ਹੋਏਗੀ ਔਰ ਲੋਕ ਆਪਣਾ ਗੁੱਸਾ ਉਦੋਂ ਪ੍ਰਗਟ ਕਰਨਗੇ। ਇਸ ਵੇਲੇ ਸਾਰੇ ਇਕੱਠੇ ਰਹਿ ਰਹੇ ਆ ਕਿਉਂਕਿ ਲੜਾਈ ਦਾ ਮੌਕਾ ਹੈ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਵਾਰ ਕੈਬਨਿਟ, ਸਰ ਵਾਰ ਕੈਬਨਿਟ ਤਾਂ ਉਸ ਸਥਿਤੀ ਵਿੱਚ ਬਣਦੀ ਹੈ ਜਦੋਂ ਸਥਿਤੀ ਹੈ ਜਿਹੜੀ ਉਹ ਹੱਥੋਂ ਬਾਹਰ ਹੁੰਦੀ ਸਾਨੂੰ ਦਿਖਾਈ ਦਿੰਦੀ ਹੈ, ਤੇ ਤੁਹਾਨੂੰ ਲੱਗਦਾ ਕਿ ਵਾਰ ਕੈਬਨਿਟ ਬਣਦਿਆਂ ਹੀ ਨੇਤਨਯਾਹੂ ਦੀ ਸਥਿਤੀ ਕਮਜ਼ੋਰ ਹੋ ਗਈ? ਨਹੀਂ, ਉਹਨੂੰ ਬਣਾਣੀ ਪਈ ਕਿਉਂਕਿ ਪ੍ਰੈਸ਼ਰ ਇੰਨਾ ਜ਼ਿਆਦਾ ਸੀ ਪਬਲਿਕ ਓਪੀਨੀਅਨ ਦਾ ਉਹਨਾਂ ਤੇ, ਕਿਉਂਕਿ ਰੌਲਾ ਸਿਰਫ ਗਾਜ਼ਾ ਦਾ ਨਹੀਂ ਹੈ, ਉੱਪਰਲੇ ਪਾਸੇ ਹਿਜ਼ਬੁੱਲਾ ਬੈਠਾ ਹੈ ਲੁਬਨਾਨ ਦੇ ਵਿੱਚ, ਔਰ ਉਹ ਥੋੜੇ ਮੋਟੇ ਆਰਟਿਲਰੀ ਦੇ ਫਾਇਰ ਇਹਨਾਂ ਤੇ ਕਰ ਰਹੇ ਨੇ। ਪਿਛਲੇ ਪਾਸਿਓਂ ਈਰਾਨ ਇਹਨਾਂ ਨੂੰ ਖੜਕਾ ਰਿਹਾ ਹੈ। ਇਹਨਾਂ ਨੇ ਸੀਰੀਆ ਦੇ 2 ਹਵਾਈ ਅੱਡਿਆਂ ਤੇ ਅਟੈਕ ਕਰਕੇ ਉਹਨਾਂ ਦੀ ਰਨਵੇ ਤੋੜਤੇ ਨੇ ਕਿ ਈਰਾਨ ਹਥਿਆਰ ਨਾ ਭੇਜ ਸਕੇ। ਸੋ ਈਰਾਨ ਕਹੀ ਜਾਂਦਾ ਕਿ ਜੇ ਤੁਸੀਂ ਗਾਜ਼ਾ ਦਾ ਕੰਮ ਨਹੀਂ ਖਤਮ ਕਰੋਗੇ ਤਾਂ ਇਹ ਗੱਲ ਵਧੇਗੀ। ਇਹ ਕੋਈ ਵੀ ਨਹੀਂ ਚਾਹੁੰਦਾ ਕਿਉਂਕਿ ਜੇ ਈਰਾਨ ਤਾਈਂ ਗੱਲ ਪਹੁੰਚ ਗਈ ਫਿਰ ਖਾੜੀ ਚ ਆ ਜਾਏਗੀ, ਫਿਰ ਸਾਰੇ 70 ਲੱਖ ਬੰਦਾ ਸਾਡਾ ਹੈ ਉੱਥੇ। ਇਹੀ ਗੱਲ ਭਾਰਤ ਦੀ ਸਰਕਾਰ ਨੇ ਸੋਚੀ ਹੋਣੀ ਹੈ ਕਿ ਇਹ ਕਹਿਣਾ ਤਾਂ ਠੀਕ ਹੈ ਅਸੀਂ ਇਜ਼ਰਾਈਲ ਦੇ ਨਾਲ ਖੜੇ ਹਾਂ, ਲੇਕਿਨ ਜਿਹੜੇ 70 ਲੱਖ ਤੁਹਾਡੇ ਬੰਦੇ ਖਾੜੀ ਦੇ ਵਿੱਚ ਨੇ, ਜੇ ਉੱਥੋਂ ਦੇ ਮੁਸਲਮਾਨ ਦੇਸ਼ ਕਰਨਗੇ ਭਾਈ ਤੁਸੀਂ ਚੱਲੋ ਆਪਣੇ ਘਰ, ਫਿਰ ਉਹਦਾ ਕੀ ਅਸਰ ਹੋਏਗਾ? ਇਹ ਬੜਾ ਇੰਪੋਰਟੈਂਟ ਪੁਆਇੰਟ ਹੈ, ਜਲਦੀ ਬੈਲੈਂਸ ਕਰਨਾ ਪਿਆ। ਤੁਹਾਡਾ ਬਹੁਤ ਇੰਪੋਰਟੈਂਟ ਪੁਆਇੰਟ ਹੈ ਸਰ। ਸਰ ਇੱਕ ਚੀਜ਼ ਹੋਰ ਜ਼ਰੂਰ ਸਮਝਣ ਦੀ ਅਸੀਂ ਕੋਸ਼ਿਸ਼ ਕਰ ਰਹੇ ਤੁਹਾਡੇ ਤੋਂ, ਜਿਹੜਾ ਈਰਾਨ ਹੈ, ਈਰਾਨ ਤੁਹਾਨੂੰ ਲੱਗਦਾ ਕਿ ਹਮਾਸ ਨੂੰ ਵੀ ਬੈਕ ਕਰ ਰਿਹਾ ਤੇ ਹਿਜ਼ਬੁੱਲਾ ਨੂੰ ਵੀ ਬੈਕ ਕਰ ਰਿਹਾ? ਇਹਦੇ ਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਇਸ ਵੇਲੇ ਜਦ ਸਦਾਮ ਹੁਸੈਨ ਨੂੰ ਅਮਰੀਕਾ ਨੇ ਕੱਢਤਾ 2003 ਦੇ ਵਿੱਚ, ਉਹਨਾਂ ਦਾ ਰਸਤਾ ਖੁੱਲ ਗਿਆ। ਉਹ ਸਾਰੇ ਸ਼ੀਆ ਦੇਸ਼ ਨੇ ਉੱਧਰ, ਸੀਰੀਆ ਦੇ ਵਿੱਚ ਸ਼ੀਆ ਗਵਰਨਮੈਂਟ ਹੈ, ਇਰਾਕ ਦੇ ਵਿੱਚ ਸ਼ੀਆ ਦੀ ਮੈਜੋਰਿਟੀ ਹੈ, ਔਰ ਲੁਬਨਾਨ ਦੇ ਵਿੱਚ ਹਿਜ਼ਬੁੱਲਾ ਵੀ ਸ਼ੀਆ ਹੈ। ਸੋ ਇਹਨੂੰ ਸ਼ੀਆ ਕ੍ਰੈਸੈਂਟ ਕਹਿੰਦੇ ਆ ਕਿ ਇਹ ਚੰਦ ਦੀ ਤਰ੍ਹਾਂ ਜਿਵੇਂ ਹੁੰਦਾ ਹੈ, ਇਹ ਇੰਜ ਮੁੜਿਆ ਸ਼ੀਆ ਕਨੈਕਸ਼ਨ ਹੈ ਮੈਡੀਟਰੇਨੀਅਨ ਤੱਕ, ਤੇ ਉਹ ਈਰਾਨ ਦਾ ਉੱਥੇ ਪੂਰਾ ਬਲੋਬਾਲਾ ਹੈ। ਤੋ ਇਸ ਕਰਕੇ ਈਰਾਨ ਪਿਛਲੇ, ਔਰ ਈਰਾਨ ਨੂੰ ਇਹ ਸੂਟ ਕਰਦਾ ਹੈ, ਰੂਸ ਨੂੰ ਵੀ ਸੂਟ ਕਰਦਾ ਹੈ। ਜੇ ਤੁਸੀਂ ਦੇਖੋ ਪਿਛਲੇ 10 ਦਿਨ ਦਾ ਯੂਕਰੇਨ ਦਾ ਕੋਈ ਨਾਂ ਹੀ ਹੈ ਨਹੀਂ, ਯੂਕਰੇਨ ਤੋਂ ਸਾਰੀ ਗੱਲ ਮੁੱਕੀ। ਪੁਟਿਨ ਸਾਹਿਬ ਇਸ ਵੇਲੇ ਬੀਜਿੰਗ 'ਚ ਫਿਰ ਰਹੇ ਆ, ਮੀਟਿੰਗ ਅਟੈਂਡ ਕਰ ਰਹੇ ਆ, ਉਹਨਾਂ ਦੇ ਕੋਈ ਚਰਚਾ ਨਹੀਂ ਰੋਜ਼ ਜਿਹੜੀ ਸਟੇਟਮੈਂਟ ਸੀ ਉਹ ਯੂਕਰੇਨ ਤੇ ਆਉਂਦੀ ਸੀ। ਮੈਂ ਸਰ ਇਸੇ ਬਾਬਤ ਹੀ ਸਵਾਲ ਕਰਨਾ ਚਾਹ ਰਿਹਾ ਤੁਹਾਨੂੰ ਕੇਸੀ ਸਿੰਘ ਸਰ, ਜਿਹੜਾ ਰੂਸ ਯੂਕਰੇਨ ਦਾ ਤੁਸੀਂ ਜ਼ਿਕਰ ਛੇੜ ਲਿਆ ਸਰ, ਤੁਸੀਂ ਇਹ ਕਹਿ ਰਹੇ ਹੋ ਕਿ ਮਿਸਟਰ ਪੁਤਿਨ ਉੱਥੇ ਘੁੰਮ ਰਿਹਾ। ਮੇਰਾ ਸਵਾਲ ਹੈ ਸਰ ਕਿ ਜਦੋਂ ਰੂਸ ਯੂਕਰੇਨ ਦੀ ਦੀ ਜੰਗ ਸ਼ੁਰੂ ਹੁੰਦੀ ਹੈ, ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਬਹੁਤ ਸੁਰਖੀਆਂ 'ਚ ਆਉਂਦਾ ਹੈ। ਕਹਿੰਦੇ ਇਹਨਾਂ ਨੂੰ ਫੋਨ ਆਇਆ, ਇਹਨਾਂ ਨੇ ਫੋਨ ਤੇ ਗੱਲ ਕੀਤੀ, ਪਰ ਇਸ ਜੰਗ ਦੇ ਵਿਚਾਲੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਉਸ ਤਰੀਕੇ ਨਾਲ ਜ਼ਿਕਰ ਨਹੀਂ ਹੋ ਰਿਹਾ। ਉਹਦੀ ਵਜ੍ਹਾ ਅਕਸਰ ਕੀ ਹੈ? ਨਹੀਂ, ਇਹਨਾਂ ਨੇ ਕੀਤਾ, ਇਹਨਾਂ ਨੇ ਨੇਤਨਯਾਹੂ ਨਾਲ ਕੀਤਾ ਨਾ। ਯੂਕਰੇਨ ਦੇ ਵਿੱਚ ਅਸੀਂ ਦੋਨੋਂ ਪਾਸੇ ਨਾਲ ਰੱਖ ਰਹੇ ਸੀ, ਦੋ ਪੱਖੀ, ਜਦਕਿ ਅਮਰੀਕਾ ਜ਼ੋਰ ਵੀ ਪਾ ਰਿਹਾ ਸੀ ਤੁਸੀਂ ਇਹਨਾਂ ਤੋਂ ਤੇਲ ਨਾ ਲਓ, ਇਹਨਾਂ ਰਸਤੇ ਤੋੜੇ। ਅਸੀਂ ਕਹਿੰਦੇ ਨਹੀਂ, ਇਹ ਸਾਡੀ ਪੁਰਾਣੀ ਅਪਰੋਚ ਹੈ, ਸਾਡੇ ਪੁਰਾਣੇ ਦੋਸਤ ਹੈ। ਸੋ ਇਵੇਂ ਫਲਸਤੀਨੀਆਂ ਨਾਲ ਸਾਡੀ ਪੁਰਾਣੇ ਸੰਬੰਧ ਨੇ। ਔਰ 1948 ਜਦ ਇਜ਼ਰਾਈਲ ਬਣਿਆ, UN ਦੇ ਵਿੱਚ ਰੈਜ਼ੋਲੂਸ਼ਨ ਆਈ ਹੈ ਤੇ ਹਿੰਦੁਸਤਾਨ ਨੇ ਉਹਦੀ ਮੁਖਾਲਫਤ ਕੀਤੀ ਹੈ। ਉਹ ਇਸ ਲਈ ਨਹੀਂ ਸੀ ਕੀਤੀ ਕਿ ਹਿੰਦੁਸਤਾਨ ਦਾ ਮੁਸਲਮਾਨ ਖੁਸ਼ ਕਰਨਾ ਸੀ, ਉਹ ਇਸ ਲਈ ਕੀਤੀ ਸੀ ਕਿਉਂਕਿ ਹਿੰਦੁਸਤਾਨ ਜਦ ਟੁੱਟਿਆ, ਪਾਕਿਸਤਾਨ ਬਣਿਆ, ਉਹ ਦੋ ਦੇਸ਼ ਬਣਾਉਣ ਦੀ ਥਿਊਰੀ ਹਿੰਦੁਸਤਾਨ ਨੇ ਨਕਾਰੀ ਕਿ ਧਰਮ ਦੇ ਆਧਾਰ ਤੇ ਦੇਸ਼ ਨਹੀਂ ਬਣਨੇ ਚਾਹੀਦੇ। ਇਹ ਕੋਈ ਮਤਲਬ ਨਹੀਂ, ਚਲੋ ਪਾਕਿਸਤਾਨ ਬਣ ਗਿਆ, ਲੇਕਿਨ ਅਸੀਂ ਹਿੰਦੁਸਤਾਨ ਧਰਮ ਦੇ ਆਧਾਰ ਤੇ ਨਹੀਂ ਬਣਾਇਆ। तो वो जब इजराइल ਦਾ ਰੈਜ਼ੋਲੂਸ਼ਨ ਆਇਆ, ਇਹਨਾਂ ਨੇ ਕਿਹਾ ਦੁਬਾਰਾ ਉਹੀ ਕੰਮ ਕਰ ਰਹੇ ਅੰਗਰੇਜ਼, ਪਹਿਲਾਂ ਹਿੰਦੁਸਤਾਨ 'ਚ ਕਰਕੇ ਗਏ, ਹੁਣੇ ਅਰਬਾਂ ਦੀ ਜ਼ਮੀਨ ਲੈ ਕੇ ਉੱਥੋਂ ਯਹੂਦੀਆਂ ਨੂੰ ਬਿਠਾਉਣਾ ਚਾਹੁੰਦੇ ਆ। ਜਦਕਿ ਰੌਲਾ ਜਿਹੜਾ ਸੀ ਉਹ ਤਾਂ ਯਹੂਦੀਆਂ ਦਾ ਯੂਰਪ 'ਚ ਚੱਲਿਆ, ਹਿਟਲਰ ਨੇ ਮਾਰੇ ਆ ਯਹੂਦੀ, ਤਾਂ ਉਹ ਕਹਿੰਦੇ ਇਹਨਾਂ ਨੂੰ ਉੱਥੇ ਦਿਓ ਜ਼ਮੀਨ ਤੁਸੀਂ। ਉਹ ਕਹਿੰਦੇ ਨਹੀਂ ਜੀ, ਇਹ ਇਹਨਾਂ ਦੀ ਜੱਦੀ ਜ਼ਮੀਨ ਹੈ ਪੁਰਾਣੀ। ਤਾਂ ਉਹ ਹਿੰਦੁਸਤਾਨ ਨੇ ਕਿਹਾ ਕਿ ਇਹ ਮਤ ਕਰੋ, ਤੁਸੀਂ ਧਰਮ ਦੇ ਆਧਾਰ ਤੇ ਕੋਈ ਦੇਸ਼ ਬਣਾਓਗੇ, ਇਹਦਾ ਅਸਰ ਠੀਕ ਨਹੀਂ ਹੋਏਗਾ। तो ये उदों दा चली आंदा ही। ठीक तो हिंदुस्तान ने उदों मुखालफत की। सर एक तुसीं जिक्र कीता सर खाड़ी मुल्कां दा, भी खाड़ी मुल्कां दे वजह करके जिहड़ा भारत दा स्टैंड है उहनूं होर थोड़ा जिहा उन्होंने स्पष्ट करने की कोशिश की है। एक सर जिहड़ी इत्थे कांग्रेस दा प्रतिक्रम है, देश की मुख विरोधी धिर है, एक महबूबा मुफ्ती दा प्रतिक्रम है सर, होर बहुत सारे लीडर्स दा प्रतिक्रम है, तो लगदा कि उनका भी असर है? नहीं, वो नहीं, इन्हां नूं अपना सोचना पिया। उन्हां दी भी कांग्रेस दी भी गलती सी, एक पक्षी गल नहीं करनी चाहिए। वो कांग्रेस की भी पुरानी पॉलिसी नहीं है कली फलस्तीन नाल जाना। असीं दो पक्षे जब 1992 च रिश्ते साडे इजराइल नाल बन गए कि कांग्रेस के प्राइम मिनिस्टर ने बनाए सीगे, नरसिम्हा राव ने। तो इस करके जो दोनों धड़ियां नाल साडा हैगा, हाँ आतंकवाद है तो उन्नी गल जरूर करो, आतंकवाद माड़ा है नकारो,
ਲੇਕਿਨ ਨਾਲ ਦੀ ਨਾਲ ਇਹ ਵੀ ਕਹਿਣਾ ਚਾਹੀਦਾ ਕਿ ਇਜ਼ਰਾਈਲ ਨੂੰ ਵੀ ਧੱਕਾ ਨਹੀਂ ਕਰਨਾ ਚਾਹੀਦਾ, ਕੋਈ ਇਹੋ ਜਿਹੀਆਂ ਚੀਜ਼ਾਂ ਨਾ ਕਰਨ ਜਿਹਦੇ 'ਚ ਬੇਕਸੂਰ ਬੰਦਿਆਂ ਦੀ ਜਾਨ ਜਾਂਦੀ ਰਹੇ ਔਰ ਖੂਨ ਖਰਾਬਾ ਵਧੇ। ਇਹ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਸੀ, ਲੇਕਿਨ ਉਹ ਦੋਨੋਂ ਚੀਜ਼ਾਂ ਅੱਡ-ਅੱਡ ਕਰਤੀਆਂ। ਉਸ ਨਾਲ ਫਿਰ ਚਰਚਾ ਵਧੀ, ਉਹਦੇ ਵਿੱਚ ਫਿਰ ਡਾਇਸਪੋਰਾ 'ਚ ਵੀ ਐਵੇਂ ਗਲਤ ਡਿਬੇਟ ਹੋਈ। ਉਹ ਇੱਕ ਦੂਜੇ ਨੂੰ ਕਹੀ ਜਾਂਦੇ ਐ ਤੂੰ ਯਹੂਦੀਆਂ ਨਾਲ ਹੈ, ਤੂੰ ਇਹਨਾਂ ਨਾਲ ਹੈ, ਤੂੰ ਉਹਨਾਂ ਨੇ ਕੀ ਲੈਣਾ ਇਹਦੇ 'ਚੋਂ? ਦੱਸੋ, ਜਿਹੜੇ ਦੇਸ਼ ਤੁਸੀਂ ਰਹਿੰਦੇ ਹੋ ਉੱਥੇ ਦੀ ਗੱਲ ਕਰੋ, ਉੱਥੇ ਦੀ ਸਰਕਾਰ ਨੂੰ ਪੁੱਛੋ ਤੁਸੀਂ ਕੀ ਲੈਣਾ, ਹਿੰਦੁਸਤਾਨ ਨੇ ਕੀ ਕਰਨਾ ਨਹੀਂ ਕਰਨਾ। ਆਪਸ 'ਚ ਲੜਨ ਲੱਗੋ ਇਸ ਗੱਲ ਤੇ। ਤੁਸੀਂ ਦੇਖੋ ਕੈਨੇਡਾ ਕੀ ਕਰ ਰਿਹਾ ਜਾਂ ਅਮਰੀਕਾ ਕੀ ਕਰ ਰਿਹਾ ਜਾਂ ਵਲਾਇਤ ਕੀ ਕਰ ਰਿਹਾ, ਉੱਥੋਂ ਦੀ ਸਰਕਾਰ ਨਾਲ ਲੜੋ ਜੇ ਤੁਹਾਨੂੰ ਨਹੀਂ ਪਸੰਦ। ਸਰ, ਮੁਸਾਦ ਦੀ ਬਹੁਤ ਵੱਡੀ ਜਿਹੜੀ ਭੂਮਿਕਾ ਮੰਨੀ ਜਾਂਦੀ ਹੈ, ਇਜ਼ਰਾਈਲ ਦੀ ਖੁਫੀਆ ਏਜੰਸੀ ਹੈ, ਉਹਦਾ ਦੁਨੀਆ ਵਿੱਚ ਨਾਮ ਹੈ ਸਰ, ਤੇ ਇਹ ਮੁਸਾਦ ਦਾ ਫੇਲਰ ਮੰਨਿਆ ਜਾਵੇ? ਦੇਖੋ, ਇਹਦੇ ਵਿੱਚ ਇਹ ਚਰਚਾ ਸਾਰੀ ਇਜ਼ਰਾਈਲ ਦੇ ਵਿੱਚ ਵੀ ਹੋ ਰਹੀ ਹੈ ਕਿ ਜਦ ਇਹਨੇ ਨੇਤਨਯਾਹੂ, ਪ੍ਰਧਾਨ ਮੰਤਰੀ ਨੇਤਨਯਾਹੂ ਨੇ ਉੱਥੋਂ ਦੇ ਜੱਜਾਂ ਤੇ ਅਟੈਕ ਸ਼ੁਰੂ ਕਰਤਾ ਕਿ ਇਹਨਾਂ ਨੂੰ ਮੈਂ ਇੰਡੀਪੈਂਡੈਂਟ ਜੁਡੀਸ਼ਰੀ ਤੇ ਅਟੈਕ ਕੀਤਾ ਉਹਨੇ, ਤਾਂ ਬਹੁਤ ਜ਼ਿਆਦਾ ਪ੍ਰਦਰਸ਼ਨ ਹੋਏ, ਲੋਕ ਆ ਗਏ ਉੱਥੇ। ਤਾਂ ਉਸ ਵੇਲੇ ਡਿਫੈਂਸ ਮਿਨਿਸਟਰ ਨੇ ਕਿਹਾ, ਉੱਥੋਂ ਦੀ ਇੰਟੈਲੀਜੈਂਸ ਦੇ ਹੈੱਡ ਨੇ ਕਿਹਾ ਕਿ ਦੇਖੋ ਸਾਡੀ ਜਿਹੜੀ ਫੌਜ ਹੈ ਨਾ, ਇਹ ਵੋਲੰਟੀਅਰ ਫੋਰਸ ਹੈ, ਇਹ ਰਿਜ਼ਰਵਿਸਟ ਨੇ ਸਾਰੇ, ਇਹ ਕੱਲ ਨੂੰ ਇਹਨਾਂ ਨੂੰ ਇਹ ਫੌਜ 'ਚ ਬੁਲਾਉਣਾ ਸੀ ਵਾਪਸ। ਇਹ ਇੰਟੈਲੀਜੈਂਸ, ਉਹ ਉੱਥੋਂ ਦੀ ਇੰਟਰਨਲ ਇੰਟੈਲੀਜੈਂਸ ਨੇ ਕਿਹਾ ਕਿ ਤੁਸੀਂ ਇਹ ਕਾਬੂ ਪਾਓ, ਤੁਸੀਂ ਸੈਟਲਰਸ ਤੇ ਜਿਹੜਾ ਅਤਿਆਚਾਰ ਕਰ ਰਹੇ ਹੋ ਇਹਦਾ ਅਸਰ ਫਲਸਤੀਨੀਆਂ ਤੇ ਪੈ ਰਿਹਾ, ਸਾਡੇ ਤੇ ਆਏਗਾ। ਤਾਂ ਇਸ ਕਰਕੇ ਵਾਰਨਿੰਗ ਸੀਗੀਆਂ, ਲੇਕਿਨ ਇਹਦਾ ਨਤੀਜਾ ਇਹ ਨਿਕਲਦਾ ਹੈ ਕਿ ਜੇ ਤੁਸੀਂ ਅੰਦਰੂਨੀ ਪਾਲਿਸੀ ਆਪਣੀ ਠੀਕ ਨਹੀਂ ਚਲਾਓ, ਫਿਰ ਤੁਹਾਡੀ ਇੰਟੈਲੀਜੈਂਸ ਏਜੰਸੀ ਵੀ ਡਿਸਟਰੈਕਟ ਹੋ ਜਾਂਦੀ ਹੈ, ਉਹਦਾ ਧਿਆਨ ਨਹੀਂ ਰਹਿੰਦਾ ਉਧਰ। ਔਰ ਕੁਝ ਉਹਨਾਂ ਨੇ ਚਲਾਕੀ ਵੀ ਕੀਤੀ ਹਮਾਸ ਨੇ, ਉਹਨਾਂ ਨੂੰ ਪਤਾ ਸੀ ਸਾਡੀ ਗੱਲ ਇਹ ਸੁਣ ਰਹੇ ਹੈ, ਜੋ ਦੱਸਣ ਚਾਹ ਰਿਹਾ ਹੈ ਕਿ ਉਹ ਆਪਣੀ ਓਪਨ ਟੈਲੀਫੋਨ ਗੱਲਾਂ ਤੇ ਕਹਿੰਦੇ ਰਹੇ ਕਿ ਨਹੀਂ ਅਸੀਂ ਤਾਂ ਅਮਨ ਚੈਨ ਚਾਹ ਰਹੇ ਹਾਂ, ਅਮਨ ਚੈਨ ਚਾਹ ਰਹੇ ਹਾਂ। ਫਿਰ ਉਹਨਾਂ ਨੇ ਦੇਖੋ ਜਿਸ ਤਰੀਕੇ ਨਾਲ ਲਿਆ ਕੇ, ਕਿਉਂਕਿ ਇਜ਼ਰਾਈਲੀਆਂ ਨੇ ਉਹ ਜਿਹੜੀ ਫੈਂਸ ਹੈ ਉਹਦੇ ਉੱਤੇ ਆਟੋਮੈਟਿਕ ਮਸ਼ੀਨ ਗਨਾਂ ਲਾਈਆਂ ਹੋਈਆਂ ਸੀ, ਕੈਮਰੇ ਲਾਏ ਹੋਏ ਸੀ, ਉੱਥੇ ਫੌਜੀ ਨਹੀਂ ਖੜਦੇ ਫੈਂਸ ਦੇ ਉੱਤੇ, ਕੈਮਰੇ ਤੋਂ ਦੇਖ ਕੇ ਮਸ਼ੀਨ ਗਨ ਆਪੇ ਚੱਲਣੀ ਸ਼ੁਰੂ ਹੋ ਜਾਂਦੀ ਹੈ ਜੇ ਕੋਈ ਗਾਜ਼ਾ ਦਾ ਬੰਦਾ ਜ਼ਿਆਦਾ ਨੇੜੇ ਆਵੇ। ਉਹਨਾਂ ਨੇ ਡਰੋਨ ਲਿਆ ਕੇ ਉਹਨਾਂ ਦੇ ਬੰਬ ਸਿੱਟ ਕੇ ਜਿਹੜੇ ਉਹਨਾਂ ਦੀ ਕਮਿਊਨੀਕੇਸ਼ਨ ਟਾਵਰ ਸੀਗੇ ਉਹ 2-3 ਤੋੜਤੇ। ਜਦ ਕਮਿਊਨੀਕੇਸ਼ਨ ਟਾਵਰ ਤੋੜਤੇ, ਉਹ ਸਾਰੇ ਕੈਮਰੇ ਬੰਦ ਹੋ ਗਏ, ਮਸ਼ੀਨ ਗਨਾਂ ਦਾ ਪਤਾ ਹੀ ਨਹੀਂ। ਇਹ ਜਿਹੜੇ ਕੰਟਰੋਲ ਰੂਮ 'ਚ ਇਜ਼ਰਾਈਲੀ ਬੈਠੇ ਸੀ ਉਹਨੂੰ ਪਤਾ ਨਹੀਂ ਕਿੰਨੀ ਜਗ੍ਹਾ ਤੋਂ ਤੋੜ ਕੇ ਆ ਰਹੇ। ਸੋ ਇਸ ਕਰਕੇ ਹਮਾਸ ਨੇ ਬੜਾ ਸੋਚ ਸਮਝ ਕੇ, ਔਰ ਇਹ ਵੀ ਆਇਆ ਉਹਨਾਂ ਕੋਲ ਜਿਹੜੇ ਨਕਸ਼ੇ ਸੀ, ਉਹਨਾਂ ਨੂੰ ਇਹ ਵੀ ਪਤਾ ਸੀ ਕਿੱਥੇ ਕਿੱਥੇ ਇਹਨਾਂ ਦੀ ਖੁਫੀਆ ਏਜੰਸੀ ਦਾ ਦਫ਼ਤਰ ਹੈ, ਮਿਲਟਰੀ ਇੰਟੈਲੀਜੈਂਸ ਕਿੱਥੇ ਹੈ। तो इंटैलीजेंस ब्रीच तो होया ही है, उत्थों दे इंटैलीजेंस दे हेड ने कह दिता कि ये गलती है साडी, उन्होंने एडमिट कीता। बिल्कुल ठीक है तुहाडी गल। हाँ जी, हाँ। एक सर इन्हां दा रिमोट किस दे हत्थ विच है सर? इजराइल हमास दी जिहड़ी जंग है, बड़ा सिंपल सवाल है सर। देखो इहदे च सिर्फ हमास हुण लड़ाई इन्नी वध गई है कि उस वेले देश सुनदे नहीं, क्योंकि जे एक देश कह रहा मैं इन्हां नूं खत्म करना है, फिर वो हमास की किहदी गल सुनूगा? क्योंकि उन्होंने पता कि साडे पिछे आउणगे, वो अपने तरीके नाल लड़नगे। और तां ही अज बाइडन साहब ने कहा तुहाडा हरख है जिहड़ा वो मैं समझ रहा, लेकिन हरख नूं इन्ना ना करो कि डुब जाओ उहदे विच, क्योंकि ये इन्ना सौखा नहीं होना। जे अंदर जाणगे मार मरैया कर लैणगे, इन्हां ने फस जाना है। क्योंकि शहर दे अंदर दी जिहड़ी लड़ाई हुंदी है उत्थे उन्होंने सुरंगां भी बनाईयां होईयां, सारा कुछ बनाया। लेकिन अब धर्म संकट ये है कि हमास दी लीडरशिप नूं किवें कंट्रोल, सारा हमास तक, हमास एक मूवमेंट है, ਅੱਜ ਦੀ ਨਹੀਂ ਹੈ, 50-60 ਸਾਲ ਪੁਰਾਣੀ ਹੈ। ਉਹਨੂੰ ਤੁਸੀਂ ਮਾਰ ਮਰੀਏ ਨਾਲ ਤਾਂ ਨਹੀਂ ਨਾ ਖਤਮ ਕਰ ਸਕਦੇ। ਤੁਸੀਂ 50 ਫਾਈਟਰ ਮਾਰੋਗੇ, 50 ਹੋਰ ਬੱਚੇ ਜਿਨ੍ਹਾਂ ਦੇ ਘਰ ਦੇ ਮਰ ਗਏ ਉਹ ਪੈਦਾ ਹੁੰਦੇ ਆ। ਤਾਂ ਇਸ ਕਰਕੇ ਇਹ ਸੋਚਣ ਵਾਲੀ ਗੱਲ ਹੈ, ਜਦ ਇਹਨਾਂ ਦਾ ਹਰ ਖਤਮ ਹੋ ਜਾਂਦਾ ਹੈ। ਇਹ ਜਿਹੜੇ ਕਤਰ ਵਗੈਰਾ 'ਚ ਇਹਨਾਂ ਦੇ ਲੀਡਰ ਬੈਠੇ ਨੇ ਹਮਾਸ ਦੇ, ਉੱਥੋਂ ਦੀਆਂ ਸਰਕਾਰਾਂ ਕੋਸ਼ਿਸ਼ ਕਰਕੇ ਇਹਨਾਂ ਨੂੰ ਕਹਿਣ ਕਿ ਪਹਿਲਾਂ ਤਾਂ ਜਿਹੜੇ ਬੰਦੇ ਤੁਸੀਂ ਫੜ ਕੇ ਲੈ ਕੇ ਗਏ ਹੋ ਉਹ ਵਾਪਸ ਦਿਓ। ਉਹ ਵਾਪਸ ਤਾਂ ਹੀ ਦੇਣਗੇ ਜੇ ਇਜ਼ਰਾਈਲ ਕਹੇ ਅਸੀਂ ਮਿਸਾਈਲ ਬੰਦ ਕਰਦੇ ਹਾਂ। ਨਹੀਂ, ਉਹਨਾਂ ਨੂੰ ਇਹ ਹੈ ਕਿ ਇਹ ਸਾਡੀ ਹਿਊਮਨ ਸ਼ੀਲਡ ਹੈ, ਇਹਨਾਂ ਕਰਕੇ ਅਸੀਂ ਫੇਰ ਵੀ ਬਚੇ ਹੋਏ ਹਾਂ, ਨਹੀਂ ਤਾਂ ਇਹਨਾਂ ਨੇ ਬਿਲਕੁਲ ਹੀ ਸਾਰੇ ਘਰ ਢਾ ਦੇਣੇ ਆ। ਤੇ ਉਹਦੇ ਵਿੱਚ ਬਾਈਡਨ ਸਾਹਿਬ ਇਹ ਕਦੇ ਨਹੀਂ ਹੋਇਆ ਕਿ ਅਮਰੀਕਾ ਦਾ ਰਾਸ਼ਟਰਪਤੀ ਐਸੀ ਲੜਾਈ ਚੱਲ ਰਹੀ ਹੋਵੇ ਉਹਦੇ ਵਿੱਚ ਖੁਦ ਪਹੁੰਚ ਜੇ ਉੱਥੇ, ਕਿਸੇ ਰਾਸ਼ਟਰਪਤੀ ਨੇ ਨਹੀਂ ਕੀਤਾ ਹੈ। ਔਰ ਉੱਥੇ ਪਹੁੰਚ ਕੇ ਉਹਨਾਂ ਨੂੰ ਅੰਦਰੂਨੀ, ਬਾਹਰ ਤਾਂ ਉਹਨਾਂ ਨੇ ਗੱਲ ਕੀਤੀ, ਅੰਦਰੋਂ ਉਹਨਾਂ ਨੇ ਸਮਝਾਇਆ ਹੋਣਾ ਇਜ਼ਰਾਈਲ ਨੂੰ ਕਿ ਥੋੜਾ ਜਿਹਾ ਇਹਦੇ ਚ ਘੱਟ ਹਰਖ ਨਾਲ ਇਸ ਤਰੀਕੇ ਨਾਲ ਆਪ ਚੱਲੀਏ ਕਿ ਜਿਹੜੇ ਬੰਦੇ ਫੜੇ ਆ ਉਹ ਵੀ ਨਿਕਲ ਜਾਣ, ਜਿਹੜੇ ਹਮਾਸ ਦੇ ਗਲਤ ਲੀਡਰ ਨੇ ਉਹ ਵੀ ਨਿਕਲ ਜਾਣ। ਸੋ ਇਹ ਮਿਲ ਜੁਲ ਕੇ ਹੋਏਗਾ। ਖਾੜੀ ਦੇ ਦੇਸ਼ ਪ੍ਰੈਸ਼ਰ ਪਾਉਣ, ਈਰਾਨ ਤਾਂ ਨਹੀਂ ਮਦਦ ਕਰੇਗਾ, ਲੇਕਿਨ ਦੂਜੇ ਜਿਹੜੇ ਬੰਦੇ ਜਿਹੜੇ ਇਹਨਾਂ ਨੂੰ ਪੈਸੇ ਪੂਸੇ ਦਿੰਦੇ ਆ, ਕਤਰ ਦਿੰਦਾ ਉਹਨਾਂ ਨੂੰ ਪੈਸੇ ਬਹੁਤ,
तो वो सारे देश किस तरीके नाल उत्थों दे हमास ਦੇ ਜਿਹੜੇ ਖਾੜਕੂ ਲੀਡਰ ਇਹ ਜਿਹੇ ਨੇ ਜਿਨ੍ਹਾਂ ਨੇ ਆ ਸਾਰਾ ਕੁਝ ਕੀਤਾ ਹੈ, ਉਹਨਾਂ ਨੂੰ ਕਿੰਨੇ ਮਾਰੇ ਜਾਣ, ਫੜੇ ਜਾਣ ਜਾਂ ਕਿੱਥੇ ਭੱਜੇ ਜਾਣ ਜਾਂ ਉੱਥੋਂ ਨਿਕਲ ਜਾਣ ਉਹ ਗਾਜ਼ਾ ਚੋਂ, ਇਹ ਚੀਜ਼ ਤਾਂ ਅਮਰੀਕਾ ਔਰ ਖਾੜੀ ਦੇ ਦੇਸ਼ ਹੀ ਕਰ ਸਕਦੇ ਹੈ, ਹੋਰ ਤਾਂ ਨਹੀਂ ਕੋਈ। ਸਰ ਤੁਸੀਂ ਬੜੇ ਵੱਡੇ ਵੱਡੇ ਲੀਡਰਾਂ ਨਾਲ ਕੰਮ ਕੀਤਾ ਸਰ, ਤੁਸੀਂ ਉਹਨਾਂ ਨਾਲ ਤੁਸੀਂ ਵਾਰਤਾਲਾਪ ਵੀ ਕੀਤੀ ਹੈ, ਜਿਹੜੇ ਦੂਜੇ ਦੇਸ਼ਾਂ ਦੇ ਵੱਡੇ ਵੱਡੇ ਲੀਡਰ ਹੈ ਸਰ। ਜਿਹੜੇ ਇਹ ਵੱਡੇ ਲੀਡਰ ਹੁੰਦੇ ਆ ਸਰ, ਮਨੁੱਖੀ ਕਦਰਾਂ ਕੀਮਤਾਂ ਨੂੰ ਸਮਝਦੇ ਆ ਸਰ? ਦੇਖੋ ਪਬਲਿਕ ਓਪੀਨੀਅਨ ਨੂੰ ਸਮਝਦੇ ਆ, ਕੁਝ ਤਾਂ ਹੁੰਦੀ ਥੋੜੀ ਆਪਣੀ ਵਿਚਾਰਧਾਰਾ ਹੁੰਦੀ ਹੈ, ਲੇਕਿਨ ਜਦ ਤੁਹਾਨੂੰ ਪਬਲਿਕ ਓਪੀਨੀਅਨ ਜਦ ਹਰਖਿਆ ਹੁੰਦਾ ਹੈ, ਭਾਵੇਂ ਤੁਸੀਂ ਨਰਮ ਦਿਲ ਹੋ, ਤੁਹਾਨੂੰ ਉਧਰ ਚੱਲਣਾ ਪਏਗਾ, ਸਖਤਾਈ ਕਰਨੀ ਪਏਗੀ, ਨਹੀਂ ਤਾਂ ਤੁਹਾਨੂੰ ਕੱਢ ਦੇਣਗੇ। ਤੇ ਦੂਸਰੇ ਪਾਸਿਓਂ ਪਬਲਿਕ ਗਲੋਬਲ ਪਬਲਿਕ ਓਪੀਨੀਅਨ ਹੈ ਜਿਹੜਾ ਇਸ ਵੇਲੇ ਉਹ ਇਜ਼ਰਾਈਲ ਦੇ ਵੱਖ ਸੀਗਾ, ਦੇ ਪਾਸੇ ਸੀ ਉਹ, ਕਿਉਂਕਿ ਉਹ ਜ਼ਾਤੀ ਕੀਤੀ ਜੋ ਹਮਾਸ ਨੇ ਇਹਨਾਂ ਦੇ ਬੰਦੇ ਮਾਰੇ ਹੈ। ਲੇਕਿਨ ਜਦ ਤੁਸੀਂ ਮਰਈਆ ਇੱਕ ਲੈਵਲ ਤੋਂ ਅੱਗੇ ਲੈ ਜਾਂਦੇ ਹੋ, ਫਿਰ ਉਹ ਓਪੀਨੀਅਨ ਬਦਲਣਾ ਸ਼ੁਰੂ ਹੋ ਜਾਂਦਾ। ਮੇਰੇ ਖਿਆਲ ਉਹ ਮੋੜ ਆ ਗਿਆ ਹੁਣ, ਤਾਂ ਹੀ ਬਾਈਡਨ ਸਾਹਿਬ ਉੱਥੇ ਆਏ ਨੇ ਕਿ ਤੁਸੀਂ 5-7 ਦਿਨ 4 ਦਿਨ 10 ਦਿਨ ਹੋਰ ਕਰ ਲਓ ਜੋ ਮਰਈਆ ਕਰਨਾ, ਲੇਕਿਨ ਤੁਸੀਂ ਬੰਦੇ ਭੁੱਖੇ ਨਹੀਂ ਮਾਰ ਸਕਦੇ। ਉੱਥੇ ਖਾਣਾ ਮੁੱਕ ਗਿਆ, ਪਾਣੀ ਨਹੀਂ ਬੰਦ ਕਰ ਸਕਦੇ। ਇਹ ਤਾਂ ਲਾਜ਼ ਆਫ ਵਾਰ ਜਿਹੜੇ ਹੈਗੇ ਉਹਨਾਂ ਦੇ ਮੁਤਾਬਕ ਵੀ ਠੀਕ ਨਹੀਂ, ਇਹ ਤਾਂ ਵਾਰ ਕ੍ਰਾਈਮ ਹੋ ਜਾਏਗਾ। तो इस करके समझाया होना है अमरीका ने कि ਅਸੀਂ ਤੁਹਾਨੂੰ ਉਨੀ ਕੁ ਸ਼ਰਨ ਦੇ ਸਕਦੇ ਹਾਂ, ਸਪੋਰਟ ਦੇਵਾਂਗੇ ਪੂਰੀ, ਪਰ ਜੇ ਤੁਸੀਂ ਇਹੋ ਜਿਹੇ ਕੰਮ ਕਰੋਗੇ ਜਿਹੜਾ ਦੁਨੀਆ ਦੇ ਪਬਲਿਕ ਓਪੀਨੀਅਨ ਦੇ ਅੱਗੇ ਇਹ ਲੱਗੇ ਕਿ ਤੁਸੀਂ ਧੱਕਾ ਇੰਨਾ ਜ਼ਿਆਦਾ ਕਰ ਰਹੇ ਹੋ, ਵਾਰ ਕ੍ਰਾਈਮਸ ਕਰ ਰਹੇ ਹੋ, ਫਿਰ ਮਦਦ ਅਮਰੀਕਾ ਨੂੰ ਵੀ ਕਰਨੀ ਮੁਸ਼ਕਿਲ ਹੋਏਗੀ। ਸਰ ਇੱਕ ਆਖਰੀ ਸਵਾਲ ਕਰ ਰਿਹਾ ਮੈਂ ਤੁਹਾਨੂੰ, ਫਾਈਨਲੀ ਤੁਹਾਡੀ ਨਜ਼ਰ ਵਿੱਚ ਇੰਡੀਆ ਦਾ ਸਟੈਂਡ ਕੀ ਹੈ? ਦੇਖੋ ਸਾਡਾ ਦੋਨੋਂ ਪਾਸੇ ਅਸੀਂ ਕੋਈ ਪ੍ਰੈਸ਼ਰ ਨਹੀਂ ਪਾ ਸਕਦੇ। ਸਟੈਂਡ ਜਿਹੜਾ ਹੁਣ ਇੰਡੀਆ ਨੇ ਲਿਆ, ਹਾਲਾਂਕਿ 2 ਹਿੱਸਿਆਂ 'ਚ ਲਿਆ, ਉਹ ਠੀਕ ਹੈ ਕਿ ਤੁਸੀਂ ਇਜ਼ਰਾਈਲ ਦੇ ਨਾਲ ਹਮਦਰਦੀ ਰੱਖੋ ਕਿ ਉਹਨਾਂ ਤੇ ਜ਼ਾਤੀ ਹੋਈ ਹੈ, ਲੇਕਿਨ ਇੰਨੀ ਹਮਦਰਦੀ ਵੀ ਨਹੀਂ ਜੇ ਉਹ ਗਲਤੀਆਂ ਕਰਦੇ ਹੈ ਫਿਰ ਉਹ ਵੀ ਤੁਹਾਨੂੰ ਕਰਨਾ ਪਏਗਾ ਕਿ ਭਾਈ ਇਹ ਲਾਲ ਲਕੀਰ ਨਾ ਤੁਸੀਂ ਇਹ ਬੱਚਿਆਂ ਨੂੰ, ਜਨਾਨੀਆਂ ਨੂੰ, ਜੇ ਤੁਸੀਂ ਵੀ ਉਹੀ ਕੰਮ ਸ਼ੁਰੂ ਕਰਤਾ ਫਿਰ ਤੁਹਾਡੇ ਤੇ ਹਮਾਸ 'ਚ ਫਰਕ ਕੀ ਹੈ ਦੋਨਾਂ ਦੇ ਵਿੱਚ। ਤਾਂ ਇਸ ਕਰਕੇ ਬਿਲਕੁਲ ਇਸ ਵੇਲੇ ਦੋ ਪੱਖੀ ਅਪਰੋਚ ਤੁਹਾਨੂੰ ਰੱਖਣੀ ਚਾਹੀਦੀ ਹੈ, ਤਾਂ ਹੀ ਕੋਈ ਬਹੁਤੀ ਸਟੇਟਮੈਂਟ ਹਿੰਦੁਸਤਾਨ ਤੋਂ ਹੋਰ ਨਹੀਂ ਆ ਰਹੀ। ਔਰ ਮੈਂ ਸਮਝਦਾ ਇਹ ਠੀਕ ਹੈ ਇਸ ਤਰੀਕੇ ਨਾਲ, ਕਿਉਂਕਿ ਸਾਡਾ ਕੋਈ ਦੋਨੋਂ, ਨਾ ਤਾਂ ਇਜ਼ਰਾਈਲ ਨੂੰ ਅਸੀਂ ਕੰਪੈਲ ਕਰ ਸਕਦੇ ਹਾਂ ਔਰ ਨਾ ਹੀ ਅਸੀਂ ਹਮਾਸ ਦੇ ਉੱਤੇ ਸਾਡਾ ਕੋਈ ਕੰਟਰੋਲ ਹੈ। तो इस करके इस तरीके नाल ही तुहानू इंतजार करनी पेगी जिवें यूक्रेन च कीता सी जी। सर ये सवाल नहीं गा, जे अखीर में तुसीं कुछ कहना चाहुंदे हो तां साडा जिहड़ा डायस्पोरा तुहानू जरूर सुनना चाहूगा। नहीं, मैं तो ये चाहना है कि ये इस नूं लैके डायस्पोरा नूं अपने जिहड़े अंदरूनी झगड़े नहीं करने चाहिए। डायस्पोरा सारा इकट्ठा रहे, जिथे रहिंदे आ उत्थों दी सरकार दी सोच देखे, हिंदुस्तान की सोच देखे। कोई एक स्टेटमेंट हिंदू च पढ़ के हिंदुस्तान तो सुन के आपस झगड़ा शुरू कर दो, ये तो कोई सियाणप नहीं है। चलो बहुत धन्यवाद सर, तुसीं वक्त कढ़िया सर, बहुत धन्यवाद, बहुत मेहरबानी। ये सन केसी सिंह हरी, फॉर्मर डिप्लोमैट ने ईरान के विच लंबा समा बिताया, यूएई दे विच लंबा समा बिताया, तुर्की विच रहे है तो भारत के विदेश मंत्रालय नाल सीधा सीधा राबता इन्हां दा रहा, बहुत साल इन्होंने काम किया तो जो इन्होंने दस्सिया उस मुताबक तुहाडी फीडबैक का असीं इंतजार करांगे। बहुत धन्यवाद।